ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਇਹਨਾਂ ਦੇ ਨਾਲ ਨੇ ਸਰਦਾਰ ਉਜਾਗਰ ਸਿੰਘ, ਸਾਬਕਾ ਲੋਕ ਸੰਪਰਕ ਅਧਿਕਾਰੀ, ਪੰਜਾਬ ਸਰਕਾਰ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਇੱਕ ਜਾਲ ਵਿੱਚ 2 ਦਿਨ ਤੋਂ ਮਹਿਸੂਸ ਕਰਦਾ ਹਾਂ, ਸ਼ਾਇਦ ਮੇਰੇ ਵਾਂਗ ਦੂਜੇ ਵੀ ਮਹਿਸੂਸ ਕਰਦੇ ਹੋਣ। ਲੇਕਿਨ ਜਿਹੜੀ ਬਹਿਸ ਚੱਲ ਰਹੀ ਆ ਉਹ ਗਵਰਨੈਂਸ ਨੂੰ ਨਾ ਲੈ ਕੇ ਲਾਈਫ ਸਟਾਈਲ ਇਸ਼ੂਜ਼ ਦੇ ਉੱਤੇ ਚੱਲ ਰਹੀ ਹੈ। ਕਿਸੇ ਦਾ ਜੀਵਨ ਕੀ ਹੈ ਉਹਦੇ ਉੱਤੇ ਕੇਂਦਰਿਤ ਹੋ ਗਿਆ। ਪਹਿਲਾਂ ਵੀ ਜਦੋਂ ਲਖੀਮਪੁਰ ਖੀਰੀ ਦੀ ਘਟਨਾ ਵਾਪਰਦੀ ਹੈ ਤਾਂ ਦੇਸ਼ ਵਿਆਪੀ ਇੱਕ ਗੱਲ ਤੁਰ ਪੈਂਦੀ ਹੈ ਜ਼ਿਆਦਤੀ ਦੀ। ਸਮਾਨਾਂਤਰ ਇੱਕ ਨਿਹੰਗ ਸਿੰਘਾਂ ਵਾਲਾ ਮਾਮਲਾ ਖੜਾ ਹੋ ਜਾਂਦਾ ਔਰ ਉਹ ਓਵਰਨਾਈਟ ਹੀ ਗੱਲ ਪਿੱਛੇ ਚਲੇ ਜਾਂਦੀ, ਮੁੱਦਾ ਬਦਲ ਜਾਂਦਾ, ਸਾਡੀ ਸੋਚ ਸ਼ਿਫਟ ਹੋ ਜਾਂਦੀ ਦੂਜੇ ਜਗ੍ਹਾ ਤੇ। ਸੋ ਜਿਹੜੀ ਕੈਪਟਨ ਅਮਰਿੰਦਰ ਸਿੰਘ, ਅਰੂਸਾ ਆਲਮ, ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ 'ਚ ਗੱਲ ਵਾੜਤੀ ਗਈ ਆ, ਗਵਰਨੈਂਸ ਪਿੱਛੇ ਰਹਿ ਗਈ। ਜਿਨ੍ਹਾਂ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ ਉਹ ਮੁੱਦੇ ਮਾਈਨਸ ਹੋ ਗਏ, ਵਿਅਕਤੀ ਅਹਿਮ ਹੋ ਗਏ। ਉਹ ਵਰਤਾਰੇ ਜਿਹੜੇ 50 ਸਾਲਾਂ ਤੋਂ ਵਾਪਰ ਰਹੇ ਆ, ਜਿਨ੍ਹਾਂ ਦਾ ਅਸੀਂ ਸੁਚੇਤ ਅਚੇਤ ਹਿੱਸਾ ਹੈ, ਜਿਨ੍ਹਾਂ ਦਾ ਉਹ ਵੀ ਹਿੱਸਾ ਨੇ ਜਿਹੜੇ ਮਾਣ ਰਹੇ ਸੀ, ਨਾਲ ਸੀ। ਮੈਨੂੰ ਯਾਦ ਹੈ ਅਰੂਸਾ ਆਲਮ ਦੀਆਂ ਘਟਨਾਵਾਂ ਜੇ ਜ਼ਿਕਰ ਕਰੀਏ, ਕਿਸੇ ਵੇਲੇ ਘਰਿੰਡਾ ਥਾਣੇ ਤੋਂ ਚੋਪਰ ਉਡਾਉਂਦਾ ਹੁੰਦਾ ਸੀ, ਭਾਵੇਂ ਸਰਕਾਰ ਅਕਾਲੀਆਂ ਦੀ ਸੀ। ਅਸੀਂ ਸਾਰਿਆਂ ਨੇ ਇਹ ਮੰਨ ਲਿਆ ਸੀ ਕਿ ਇਹ ਐਵੇਂ ਹੀ ਵਾਪਰਨਾ। ਅੱਜ ਅਚਨਚੇਤ ਉਹ ਮੁੱਦੇ ਇੰਨੇ ਭਾਰੀ ਹੋ ਗਏ ਜਿਨ੍ਹਾਂ ਨੇ ਸਾਡੀ ਅਸਲ ਬੁਨਿਆਦ ਨੂੰ ਫੜ ਲਿਆ। ਇੰਜ ਲੱਗਣ ਲੱਗਿਆ ਜਿਵੇਂ ਸਾਰੇ ਦੇ ਸਾਰੇ ਹੀ ਅਸੀਂ ਇੱਕ ਤੈਅਸ਼ੁਦਾ ਜਾਲ 'ਚ ਫਸ ਗਏ ਹਾਂ। 2 ਵੱਡੇ ਵਿਦਵਾਨ ਮੇਰੇ ਨਾਲ ਆ ਜਿਨ੍ਹਾਂ ਨੇ ਤਾ ਉਮਰ ਇਹਨਾਂ ਚੀਜ਼ਾਂ ਨੂੰ ਦੇਖਿਆ, ਮਾਣਿਆ, ਹੰਡਾਇਆ। ਇਹ ਰਿਸ਼ਤੇ ਉਹਨਾਂ ਲਈ ਕੋਈ ਨਵੇਂ ਨਹੀਂ ਗੇ, ਤੇ ਜਿਹੜੇ ਮਸਲੇ ਉਠਾ ਰਹੇ ਉਹਨਾਂ ਲਈ ਵੀ ਕੋਈ ਨਵੇਂ ਨਹੀਂ। ਮੈਂ ਕਈ ਸਾਬਕਾ ਮੁੱਖ ਮੰਤਰੀਆਂ ਨਾਲ, 1 ਤੋਂ ਵੱਧ ਸਾਬਕਾ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਔਰ ਇਹ ਮੈਂ ਯਕੀਨੀ ਕਰਨ ਦਾ ਯਤਨ ਕੀਤਾ ਕਿ ਕੀ ਸੱਚਮੁੱਚ ਕੁਝ ਨਵਾਂ ਵਾਪਰ ਗਿਆ ਜਿੱਤੇ ਰੌਲਾ ਪੈਂਦਾ ਰਿਹਾ। ਆ ਮੇਰੇ ਵਰਗੇ ਹੀ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਰਿਸ਼ਤਿਆਂ ਤੇ ਕਿਤੇ ਚੂੰ ਨਹੀਂ ਸੀ ਕਰਦੇ। ਅੱਜ ਜਿਹੜਾ ਉੱਠਦਾ ਹੈ ਅਰੂਸਾ ਆਲਮ ਨੂੰ ਫੜ ਕੇ ਬਹਿ ਜਾਂਦਾ। ਇਹ ਸਾਡੀ ਡਰੂ ਮਾਨਸਿਕਤਾ ਹੈ ਕਿ ਬੰਦਾ ਪਾਵਰ ਤੋਂ ਬਾਹਰ ਗਿਆ ਤੇ ਅਸੀਂ ਉਸੇ ਵੇਲੇ ਸ਼ੇਰ ਹੋ ਗਏ। ਪਹਿਲਾਂ ਅਸੀਂ ਦੁਬਕ ਕੇ ਬੈਠੇ ਰਹਿੰਦੇ ਹਾਂ। ਦੂਜਾ ਸਵਾਲ ਸਭ ਤੋਂ ਵੱਡਾ ਹੈ ਕਿ ਕੀ ਅਸੀਂ ਸੱਚਮੁੱਚ ਜੋ ਕੁਝ ਵਾਪਰ ਰਿਹਾ ਸੀ ਉਹ ਤੋਂ ਅੱਖਾਂ ਮੀਟਣੀਆਂ ਜਾਣਦੇ ਆ? ਕਿਉਂਕਿ ਸੱਤਾ ਜਿਨ੍ਹਾਂ ਕੋਲ ਹੁੰਦੀ ਆ ਉਹ ਜੋ ਮਰਜ਼ੀ ਕਰੀ ਜਾਣ, ਸਾਨੂੰ ਪਰਵਾਹ ਨਹੀਂ। ਪ੍ਰੋਫੈਸਰ ਬਲਕਾਰ ਸਿੰਘ, ਸਮਝਣ ਲੱਗਿਆ ਔਖਾ ਲੱਗਦਾ ਹੈ। ਜਿਹੜੇ ਕਦੇ ਰੈੱਡ ਕਾਰਪਟ ਤੇ ਚੱਲਦੇ ਸੀ ਅੱਜ ਗਾਲਾਂ ਖਾਂਦੇ ਆ। ਜਿਹੜੇ ਕਦੇ ਜਿਨ੍ਹਾਂ ਲਈ ਦਰਵਾਜ਼ੇ ਖੁੱਲਦੇ ਸੀ, ਜਿਨ੍ਹਾਂ ਅੱਗੇ ਵੱਡੇ ਵੱਡੇ ਲੋਕ ਝੁੱਕ ਝੁੱਕ ਸਲਾਮਾਂ ਕਰਦੇ ਸੀ, ਅੱਜ ਵੱਢ ਖਾਣ ਨੂੰ ਪੈਂਦੇ ਆ। ਇਹਨਾਂ ਵਰਤਾਰਿਆਂ ਚੋਂ ਦੱਸਿਓ ਆਮ ਬੰਦਾ ਕੀ ਕੱਢੇ ਤੇ ਕੀ ਪਾਵੇ? ਮੈਨੂੰ ਤਾਂ ਇੰਜ ਲੱਗਦਾ ਜਿਵੇਂ ਫਸਾ ਕੇ ਰੱਖ ਲਿਆ ਸਾਰਿਆਂ ਨੇ ਸਾਨੂੰ। ਰੰਧਾਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਸੈਂਸਿਟਿਵ ਇਸ਼ੂ ਉਠਾਇਆ। ਇਹ ਤੇ ਪਤਾ ਨਹੀਂ ਗੱਲ ਕਰ ਲੰਗਿਆ ਗੱਲ ਕਿੱਧਰ ਨੂੰ ਤੁਰ ਜਾਏ। ਪਰ ਮੈਂ ਸਮਝਦਾ ਕਿ ਮੈਂ ਐਜ਼ ਐਕੈਡਮਿਸ਼ਨ ਮੈਂ ਇਹਨੂੰ ਫੜਨ ਦੀ ਕੋਸ਼ਿਸ਼ ਕਰਦਾ। ਤੁਹਾਡੇ ਜਿਹੜਾ ਮਸਲਾ ਤੁਸੀਂ ਖੜਾ ਕੀਤਾ, ਮੈਂ ਸਮਝਦਾ ਕਿ ਇਸ ਵੇਲੇ ਦੀ ਪੋਲੀਟਿਕਸ ਹੈ ਜਿਹੜੀ, ਇਹ ਗੇਮ ਵਿਦਆਊਟ ਰੂਲਸ ਹੋ ਗਈ ਹੈ। ਇਹਦੇ 'ਚ ਕੋਈ ਨਾ ਨੈਤਿਕਤਾ ਰਹੀ ਹੈ, ਨਾ ਕੋਈ ਸਿਧਾਂਤ ਰਿਹਾ ਹੈ। ਇਹਦੇ 'ਤੇ ਮਰਜ਼ੀਆਂ ਜਿਹੜੀਆਂ ਨੇ ਨਾ, ਮਤਲਬ ਜਿਹੜੀ ਅਪਰਚੂਨਿਜ਼ਮ ਹੈ ਜਿਹੜਾ ਉੱਤੇ ਆ ਗਿਆ ਹੈ। ਮੈਂ ਕਹਿੰਦਾ ਵੀ ਇਹ ਜਿਹੜਾ ਅਰੂਸਾ ਆਲਮ ਵਾਲਾ ਮਸਲਾ, ਇਹ ਉਸ ਗੇਮ ਵਿਦਆਊਟ ਰੂਲਸ ਦਾ ਇੱਕ ਰੰਗ ਹੈ, ਜਿਹਦੇ ਬਹੁਤ ਸਾਰੀਆਂ ਤੁਸੀਂ ਪਰਤਾਂ ਜਿਹੜੀਆਂ ਨੇ ਆਪਣੇ ਆਪ ਉਹਦੇ ਐਕਸਪਲੇਨ ਕਰ ਦਿੱਤੀਆਂ ਨੇ। ਮੈਂ ਇਹਨੂੰ ਇਸ ਤਰ੍ਹਾਂ ਸਮਝਾਂਗਾ ਕਿ ਅਸਲ ਵਿੱਚ ਇਹ ਹੈ ਕਿ ਜਿਹੜੀ ਵਰਤਮਾਨ ਦੀ ਸਿਆਸਤ ਹੈ ਉਹ ਮਤਲਬ ਖਾਸ ਤੌਰ 'ਤੇ ਹੁਣ ਜਿਹੜਾ ਇਸ ਵਰਤਮਾਨ ਦੀ ਸਿਆਸਤ ਹੈ ਉਹ ਮੁੱਦਿਆਂ ਦੇ ਚਿਹਰਿਆਂ ਵਿੱਚ ਨੂੰ ਕਨਫਿਊਜ਼ ਕਰਨ ਦੀ ਹੈ। ਇਹ ਅੱਜ ਹੀ ਨਹੀਂ, ਜਦੋਂ ਨਹਿਰੂ ਨਾਲ ਵੀ ਲੋਕ ਲੜਦੇ ਸਨ ਉਦੋਂ ਵੀ ਐਡਵੀਨਾ ਦਾ ਹਵਾਲਾ ਦੇ ਦਿੰਦੇ ਹੁੰਦੇ ਸੀਗੇ, ਮਤਲਬ ਮਾਊਂਟ ਬੈਟਨ ਦੀ ਵਾਈਫ ਦਾ, ਤੇ ਮਤਲਬ ਮੁੱਦਾ ਜਿਹੜਾ ਛੱਡ ਜਾਂਦੇ ਹੁੰਦੇ ਸੀ। ਪਰ ਉਦੋਂ ਲੋਕ ਜਿਹੜੇ ਨੇ ਉਹ ਉਦੋਂ ਦਿੰਦੇ ਸੀ ਜਦੋਂ ਕੋਈ ਬਹੁਤ ਮਜਬੂਰੀ ਹੁੰਦੀ ਸੀ। ਹੁਣ ਤੇ ਇਹ ਮਤਲਬ ਜਿਹੜੀ ਇਹ ਸਿਆਸਤ ਦਾ ਮਤਲਬ ਕੇਂਦਰ ਹੋ ਗਿਆ ਇਸ ਵੇਲੇ। ਜਿਵੇਂ ਇਹ ਮਸਲਾ ਸਾਹਮਣੇ, ਇਹਦਾ ਮੈਂ ਸਮਝਦਾ ਕਿ ਜਿਹੜਾ ਮੁੱਦਾ ਜਿਹਦੇ ਤੇ ਅਮਰਿੰਦਰ ਸਿੰਘ ਹਟਾਇਆ ਗਿਆ, ਤੁਸੀਂ ਠੀਕ ਕਿਹਾ, ਜਿਹੜਾ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਇਸ਼ੂ ਤੇ ਉਹ ਹੈ ਨਾ, ਇਲੈਕਸ਼ਨ ਵਿੱਚ ਵੀ ਉਹਨੇ ਹੀ ਜਾਣਾ ਹੈ। ਹੁਣ ਇਸ ਕਰਕੇ ਕਿਸੇ ਦਾ ਕਰੈਕਟਰ ਅਸਾਸੀਨੇਸ਼ਨ ਕਰਕੇ ਤੇ ਤੁਸੀਂ ਵੋਟਾਂ ਨਹੀਂ ਲੈ ਸਕਦੇ। ਜੇ ਕਰੈਕਟਰ ਅਸਾਸੀਨੇਸ਼ਨ ਕਰਕੇ ਸਿਆਸਤ ਕਰੋਗੇ ਤੇ ਉਹ ਸਿਆਸਤ ਨਹੀਂ ਹੋਏਗੀ, ਉਹ ਤੇ ਮਤਲਬ ਹੋਰ ਕੋਈ ਰੰਗ ਜਿਹੜਾ ਸਾਹਮਣੇ ਆ ਜਾਏਗਾ। ਇਸ ਕਰਕੇ ਮੈਂ ਸਮਝਦਾ ਕਿ ਮੁੱਦੇ ਤੋਂ ਭਟਕਾਉਣ ਲਈ, ਮੁੱਦੇ ਤੋਂ ਦੇਖੋ ਇੱਕ ਗੱਲ, ਕਿਉਂ ਮੁੱਦੇ ਤੋਂ ਕਿਉਂ ਭਟਕਾਇਆ ਜਾ ਰਿਹਾ ਰੰਧਾਵਾ ਸਾਹਿਬ, ਮੈਂ ਇਹ ਮਹਿਸੂਸ ਕਰਦਾ। ਜਸਟ ਪ੍ਰੋਫੈਸਰ ਸਾਹਿਬ, ਸਵਾਲ ਇਹ ਆ, ਕਰੈਕਟਰ ਅਸੈਸੀਨੇਸ਼ਨ ਜਾਂ ਦੋਸ਼ ਪ੍ਰਤੀ ਦੋਸ਼ ਉਦੋਂ ਕਿਉਂ ਨਾ ਲੱਗੇ ਜਦੋਂ ਬੰਦੇ ਕੋਲ ਡਾਂਗ ਸੀ? ਮੈਂ ਤਾਂ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਮਾਨਸਿਕਤਾ ਨਾਲ ਦਗਾ ਕੀਤਾ, ਧਰੋਹ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਜੋ ਕਿਹਾ ਸੀ ਪੂਰਾ ਨਹੀਂ ਕੀਤਾ।
ਜੇ ਨਹੀਂ ਸੀ ਕਰ ਸਕਦੇ ਆਪਣੀ ਸੱਤਾ ਦੇ ਦੌਰਾਨ ਕਹਿ ਦਿੰਦੇ ਮੇਰੀਆਂ ਲਿਮਿਟੇਸ਼ਨਸ ਨੇ, ਮੇਰੀਆਂ ਮਜਬੂਰੀਆਂ ਨੇ, ਮੇਰੇ ਹੱਥ ਇੱਥੇ ਵੱਧੇ ਆ, ਕੌਣ ਨਹੀਂ ਸੀ ਕਰਨ ਦਿੰਦਾ, ਕਹਿ ਦਿੰਦੇ, ਅਸੀਂ ਉਹਨਾਂ ਤੇ ਦੋਸ਼ ਨਾ ਲਾਉਂਦੇ। ਕੈਪਟਨ ਅਮਰਿੰਦਰ ਸਿੰਘ ਚੁਰਾਏ 'ਚ ਦੋਸ਼ੀ ਨੇ, ਨੰਗੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਮੁੱਦਿਆਂ ਤੇ ਘਸੀਟੋ, ਗੱਲ ਉਹ ਨਹੀਂ। ਲੇਕਿਨ ਜਦੋਂ ਤੁਸੀਂ ਇੱਕ ਬੰਦੇ ਨੂੰ ਗੱਦੀਓਂ ਲਾਤਾ ਹੈ, ਉਹਨਾਂ ਮੁੱਦਿਆਂ ਤੇ ਲਾਤਾ ਜਿਨ੍ਹਾਂ ਮੁੱਦਿਆਂ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਸੀ, ਕਹਿੰਦੇ ਸੀ ਇਹ ਨਹੀਂ ਕਰ ਸਕਦਾ, ਇਹ ਇਸ ਕਾਬਿਲ ਨਹੀਂ ਰਿਹਾ, ਅੱਜ ਉਹ ਮੁੱਦੇ ਤਾਂ ਮਾਈਨਸ ਨੇ, ਅੱਜ ਉਹਦੇ ਤੇ ਦੋਸ਼ ਲਾ ਰਹੇ ਹੋ, ਲਾਓ, 100 ਵਾਰੀ ਲਾਓ, ਸਾਨੂੰ ਫਰਕ ਨਹੀਂ ਪੈਂਦਾ। ਪਰ ਪੰਜਾਬ ਦੀ ਪੋਲਿਟਿਕਸ ਨੂੰ ਜਿੱਥੇ ਤੁਸੀਂ ਖੜਾ ਕਰਤਾ ਹੈ, ਕਿਸੇ ਦੀ ਨੂੰਹ, ਕਿਸੇ ਦੀ ਘਰਵਾਲੀ, ਕਿਸੇ ਦੀ ਭੈਣ, ਮੈਂ ਤਾਂ ਉਹਨਾਂ ਦੋ ਮੁੱਦਿਆਂ ਤੇ ਵੀ ਗੱਲ ਕਰੂੰਗਾ। ਕੈਪਟਨ ਅਮਰਿੰਦਰ ਸਿੰਘ ਨੇ ਮੀਆਂ ਬੀਵੀ, ਡੀਜੀਪੀ ਔਰ ਮੁੱਖ ਸਕੱਤਰ ਲਾ ਕੇ ਇੱਕ ਘਰ ਦੇ ਵਿੱਚ ਹੀ ਸਾਰਾ ਪੰਜਾਬ ਦਾ ਪ੍ਰਸ਼ਾਸਨ ਦਿੱਤਾ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਿਉਂ ਨਹੀਂ ਬੋਲੇ ਖੁੱਲ ਕੇ? ਅਸੀਂ ਸਾਰੇ, ਤੁਸੀਂ ਸਾਰੇ ਕਿਉਂ ਨਹੀਂ ਬੋਲੇ? ਇਹ ਸਵਾਲ ਆ। ਮੈਂ ਇਹ ਫਿਰ ਕਹਿਣਾ ਕਿ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਨਹੀਂ, ਤੁਹਾਡੇ ਮੁੱਦੇ ਨੇ, ਤੁਹਾਡੇ ਪਰਸਨਲ ਨੇ, ਜਾਓ ਡਾਂਗ ਫੜ ਕੇ ਲੜੋ, ਲੇਕਿਨ ਪੰਜਾਬ ਦੀ ਕੀਮਤ ਤੇ ਨਹੀਂ। ਸਰਦਾਰ ਸਾਹਿਬ ਹੁਣ ਮੈਨੂੰ ਦੱਸਿਓ, ਜੇ ਮੈਨੂੰ ਕਹੋ ਤੇ ਸਰਦਾਰ ਉਜਾਗਰ ਸਿੰਘ ਦਾ ਇੱਕ ਸ਼ੁਰੂਆਤੀ ਲੈ ਲਈਏ ਜੀ। ਸਰਦਾਰ ਸਾਹਿਬ, ਸਰਦਾਰ ਉਜਾਗਰ ਸਿੰਘ ਜੀ, ਤੁਹਾਡਾ ਵੀ ਅਨੁਭਵ ਹੈ, ਮੈਨੂੰ ਦੱਸਿਓ ਜਰਾ ਕਿ ਤੁਸੀਂ ਲੜਨਾ ਤਾਂ ਲੜੋ, ਲੇਕਿਨ ਸਾਡੀ ਕੀਮਤ ਤੇ ਨਹੀਂ, ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਤੁਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਬੜਾ ਬਰਨਿੰਗ ਇਸ਼ੂ ਲਿਆ। ਜਿਹੜਾ ਅਸਲ ਦੇ ਵਿੱਚ ਸਾਡੀ ਸਿਆਸਤ ਆ ਨਾ, ਉਹ ਕਦਰਾਂ ਕੀਮਤਾਂ ਤੋਂ ਪਿੱਛੇ ਹਟ ਗਈ ਹੈ, ਕਦਰਾਂ ਕੀਮਤਾਂ ਨੂੰ ਬਿਲਕੁਲ ਛੱਡ ਗਈ। ਨੈਤਿਕਤਾ ਹੁਣ ਉਹ ਗੱਲ ਰਹੀ ਨਹੀਂ। ਜਿਹੜੀ ਦੂਜੀ ਗੱਲ ਆ ਕੈਪਟਨ ਸਾਹਿਬ ਦੀ ਗੱਲ, ਮੈਂ ਉਹਨਾਂ ਨੂੰ 1970 ਤੋਂ ਜਾਣਦਾ, ਔਰ 70 ਤੋਂ ਹੀ ਮੈਂ ਦੇਖਦਾ ਆ ਰਿਹਾ ਇਹਨਾਂ ਦੇ ਕੋਲ ਇਹੋ ਜਿਹੜੀ ਇੱਕ ਅਰੂਸਾ ਆਲਮ ਦੀ ਗੱਲ ਹੋ ਰਹੀ ਆ, ਇਹ ਜੇ ਬਥੇਰੇ ਗੋਰੇ ਬਹੁਤ ਅੰਗਰੇਜ਼ ਆਉਂਦੇ ਰਹੇ ਨੇ, ਇਹਨਾਂ ਦੇ ਘਰ ਪਾਰਟੀਆਂ ਹੁੰਦੀਆਂ ਰਹੀਆਂ ਨੇ, ਇਹਨਾਂ ਲਈ ਇਹ ਇੱਕ ਮਾਮੂਲੀ ਗੱਲ ਆ। ਇੱਥੇ ਮੈਂ ਇੱਕ ਹੋਰ ਵੀ ਗੱਲ ਦੱਸ ਦੇਣੀ ਚਾਹੁੰਦਾ ਕਿ ਮੈਂ ਇੱਥੇ ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ ਲੱਗਿਆ ਹੋਇਆ ਸੀ, ਤੇ ਇੱਕ ਵਾਰ ਇੱਕ ਮੰਤਰੀ ਦਾ ਮੈਨੂੰ ਫੋਨ ਆਇਆ ਕਿ ਸਾਨੂੰ ਨਾ ਜੀ ਜਿਹੜਾ ਕੈਪਟਨ ਸਾਹਿਬ ਬਾਰੇ ਜਿਹੜਾ 20 ਪੁਆਇੰਟ ਜਿਹੜੀ ਤੁਸੀਂ ਗੱਲ ਕਰਦੇ ਹੋ, ਕੋਈ ਇੱਦਾਂ ਦੀ ਪਹਿਲਾਂ ਵੀ ਚੱਲੀ ਸੀ, ਵੀ ਉਹਦੇ ਬਾਰੇ ਸਾਨੂੰ ਡਾਕੂਮੈਂਟ ਦਿਓ। ਮਤਲਬ ਇਹ ਤਾਂ ਸਾਡੀ ਸਿਆਸਤ ਹੈ ਜਿਹੜੀ ਪਹਿਲਾਂ ਤੋਂ ਹੀ ਨਾ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਇਹ ਸ਼ੁਰੂ ਤੋਂ ਹੀ ਇਹ ਨਿਗਾਰ ਵੱਲ ਜਾ ਰਹੀ ਆ। ਇਹ ਪਰਫਾਰਮੈਂਸ ਤਾਂ ਦਿਖਾਉਣੀ ਨਹੀਂ। ਦੇਖੋ, ਗੱਲ ਤਾਂ ਜਿਹੜੀ ਤੁਸੀਂ ਕਹਿ ਕੇ ਹਟੇ ਹੋ, ਜਦੋਂ ਜਿਹੜੇ 18 ਪੁਆਇੰਟ ਦੀ ਗੱਲ ਕਰਦੇ ਨੇ ਜਾਂ 13 ਪੁਆਇੰਟ ਦੀ ਗੱਲ ਕਰਦੇ ਨੇ, ਤੇ ਉਹ ਪੁਆਇੰਟ ਤਾਂ ਹੁਣ ਪਿੱਛੇ ਪੈ ਗਏ। ਚਾਹੀਦਾ ਤਾਂ ਇਹ ਸੀਗਾ, ਜਿਹੜੇ ਕਹਿੰਦੇ ਸੀ ਨਾ ਵੀ ਕਰਦੇ ਨਹੀਂ ਕੁਛ, ਉਹ ਕਰਕੇ ਦਿਖਾਉਣ। ਜਿਹੜੇ ਇਹਨਾਂ ਨੂੰ 3 ਮਹੀਨੇ ਮਿਲੇ ਨੇ, ਅਜੇ ਤਾਂ ਦਸੰਬਰ ਤੱਕ ਹੈਗਾ ਜਨਵਰੀ ਕੋਡ ਆਫ ਕੰਡਕਟ, ਉਹ ਤੇ ਕੋਈ ਕਾਰਵਾਈ ਕਰਕੇ ਦਿਖਾਉਣ ਨਾ, ਫਿਰ ਤਾਂ ਪਤਾ ਲੱਗੇ। ਇਹ ਗੱਲਾਂ ਜਿਹੜੀਆਂ ਨੇ, ਇਹ ਸਿਆਸਤ, ਇਹ ਗੱਲਾਂ ਨਹੀਂ ਚਾਹੀਦੀਆਂ। ਮੁੱਦਿਆਂ ਤੇ ਸਿਆਸਤ ਕਰਨੀ ਚਾਹੀਦੀ ਆ। ਇਹ ਕੀ ਗੱਲ ਹੋਈ ਵੀ ਕਿਸੇ ਦੇ ਕਰੈਕਟਰ ਅਸੈਸੀਨੇਸ਼ਨ ਨਹੀਂ? ਸਰਦਾਰ ਉਜਾਗਰ ਸਿੰਘ, ਇਹਦੇ 'ਚ ਇੱਕ ਬੜੀ ਦਿਲਚਸਪ ਗੱਲ ਹੈ। ਮੈਂ ਬੀਤੇ ਕੱਲ ਇਸ ਪ੍ਰੋਗਰਾਮ ਨੂੰ ਵਿਉਂਤ ਰਿਹਾ ਸੀ, ਮੈਂ ਪ੍ਰੋਗਰਾਮ ਛੱਡਤਾ ਕਿਉਂਕਿ ਮੇਰੇ ਕੋਲ ਇਨਫੋਰਮੇਸ਼ਨ ਅਧੂਰੀ ਸੀ। ਮੈਂ ਕਈ ਵੱਡੇ ਕਾਂਗਰਸੀ ਆਗੂਆਂ ਨਾਲ ਗੱਲ ਕੀਤੀ, ਮੈਂ ਪੁੱਛਿਆ, ਕੈਪਟਨ ਅਮਰਿੰਦਰ ਸਿੰਘ ਨੂੰ 50 ਸਾਲਾਂ ਤੋਂ ਜਾਣਦੇ ਹੋ ਤੁਸੀਂ, ਸਿਆਸਤ ਦੇ ਵਿੱਚ ਜੋ ਹੁੰਦਾ ਰਿਹਾ ਇਹ ਨਵਾਂ ਕੁਝ? ਕਹਿੰਦੇ ਬਿਲਕੁਲ ਨਵਾਂ ਨਹੀਂ ਜੀ, ਅਸੀਂ ਜਾਣਦੇ ਹਾਂ, ਚਿੱਟੇ ਦਿਨ ਵਾਂਗ ਨੰਗਾ ਹੈ, ਅਸੀਂ ਉਹਨਾਂ ਥਾਵਾਂ ਤੇ ਜਾਂਦੇ ਰਹੇ ਹਾਂ। ਕਿਹੜਾ ਵਿਅਕਤੀ ਦੱਸੋ ਜਿਹੜਾ ਉਹਨਾਂ ਮੌਕਿਆਂ ਦੇ ਉੱਤੇ ਗੋਡੀ ਹੱਥ ਨਹੀਂ ਸੀ ਲਾਉਂਦਾ? ਪਰ ਮੈਂ ਇਹੀ ਪੁੱਛਦਾ ਹਾਂ ਕਿ ਆਖਰਕਾਰ ਸਿਆਸਤ ਦੇ ਵਿੱਚ ਅਸੀਂ ਮੌਕਾ ਪ੍ਰਸਤੀ ਨੂੰ ਇੰਨਾ ਅੱਗੇ ਲੈ ਗਏ। ਮੈਨੂੰ ਲੱਗਦਾ ਸੀ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਗੱਦੀਓਂ ਲਾਤਾ ਸੀ, ਜੇ ਉਹਦੇ ਮਾਮਲੇ 'ਚ ਸੱਤਾਧਾਰੀ ਚੋਪੀ ਧਾਰ ਲੈਂਦੇ, ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਉਸ ਤੋਂ ਵੱਡੀ ਕੋਈ ਹਾਰ ਨਹੀਂ ਸੀ। ਉਹ ਕੁਝ ਵੀ ਕਹਿੰਦੇ, ਕੁਝ ਵੀ ਕਰਦੇ, ਇਹਨਾਂ ਦੀ ਟਿੱਪਣੀ ਨਾ ਆਉਂਦੀ। ਮੈਂ ਦੂਜਾ ਪਹਿਲੂ ਸਰਦਾਰ ਬਲਕਾਰ ਸਿੰਘ ਵੱਲ ਲੈ ਕੇ ਜਾਣਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਕਾਂਗਰਸ ਦੀ ਜਿਹੜੀ ਹੁਣ ਸੱਤਾ 'ਚ ਧਿਰਾ, ਇਹਨੇ ਮਹਿਸੂਸ ਕੀਤਾ ਹੈ ਕਿ ਜਿਹੜੀ ਹਿੰਦੂ ਵੋਟ ਪਿਛਲੀ ਵਾਰੀ ਪੂਰੀ ਤਰ੍ਹਾਂ ਸਾਨੂੰ ਪੈ ਗਈ ਸੀ, ਸ਼ਹਿਰੀ ਵੋਟ ਜਿਹੜੀ ਸਾਨੂੰ ਪੈ ਗਈ ਸੀ, ਭੁਗਤ ਗਈ ਸੀ, ਇਸ ਵਾਰੀ ਉਹ ਰਾਸ਼ਟਰਵਾਦ ਦੇ ਮੁੱਦੇ ਤੇ, ਨੈਸ਼ਨਲ ਸਿਕਿਉਰਿਟੀ ਦੇ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਪਲੱਸ ਬੀਜੇਪੀ ਨੂੰ ਸ਼ਿਫਟ ਨਾ ਹੋ ਜੇ? ਸਾਡਾ ਅਸਲ 'ਚ ਜਿਹੜਾ ਖੜਕਵਾਂ ਵੋਟ ਬੈਂਕ ਆ, ਜੇ ਸ਼ਿਫਟ ਹੋ ਗਿਆ, ਸਾਡੀ ਹਾਰ ਪੱਕੀ ਹੋ ਸਕਦੀ ਹੈ। ਸੋ ਉਹਨੂੰ ਧਿਆਨ 'ਚ ਰੱਖਦਿਆਂ ਇਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਤੇ ਲਿਆ ਔਰ ਨਿੱਜੀ ਤੌਰ ਤੇ ਲਿਆ, ਮਨੋਬਲ ਤੋੜਨ ਲਈ ਲਿਆ। ਤੁਹਾਨੂੰ ਕੀ ਲੱਗਦਾ? ਮੈਨੂੰ ਇਹ ਤੇ ਇਮੀਡੀਏਟ ਟਿੱਪਣੀ ਤੇ ਮੇਰੀ ਇੰਨੀ ਹੈ ਕਿ ਜੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਵਾ ਤਾਂ ਮੈਨੂੰ ਕੋਈ ਇਤਰਾਜ਼ ਨਾ ਹੁੰਦਾ। ਮੈਂ ਸਮਝਾਂ ਕਿ ਇਹ ਇੱਥੇ ਉਹਦੇ ਅਸਲ ਵਿੱਚ ਉਹ ਅੰਧਾਧੁੰਦੀ ਕਰੀ ਜਾਂਦੇ ਨੇ, ਬਿਲਕੁਲ ਸੋਚ ਸਮਝ ਕੇ ਨਹੀਂ ਕਰ ਰਿਹਾ। ਇਸੇ ਕਰਕੇ ਇਹਦੇ ਜੋ ਕਰ ਰਹੇ ਨੇ ਉਹਦੇ ਮੁਤਾਬਕ ਨਤੀਜੇ ਨਹੀਂ ਨਿਕਲਣੇ। ਇਹ ਮੈਂ ਕਿਉਂ ਕਹਿ ਰਿਹਾ? ਮੈਂ ਇਸ ਕਰਕੇ ਕਹਿ ਰਿਹਾ ਕਿ ਕੋਈ ਬੰਦਾ ਪੰਜਾਬ ਦਾ, ਕਿਉਂਕਿ ਉਹ ਬਾਰਨ ਕਿੰਗ ਆਫ ਦਾ ਸਿੱਖਸ ਹੈ, ਉਹ ਅਮਰਿੰਦਰ ਸਿੰਘ ਨੂੰ ਜਿਹੜੇ ਜਾਣਦੇ ਨੇ, ਉਹ ਜਾਣਦੇ ਨੇ ਕਿ ਉਹਦਾ ਲਾਈਫ ਸਟਾਈਲ ਹੈ, ਉਹਦੇ ਲਾਈਫ ਸਟਾਈਲ ਵਿੱਚ ਉਹਦੇ ਬੱਚੇ ਸ਼ਾਮਲ ਨੇ, ਉਹਦੇ ਲਾਈਫ ਸਟਾਈਲ 'ਚ ਉਹਦੀ ਵਾਈਫ ਸ਼ਾਮਲ ਹੈ, ਉਹਦੇ ਲਾਈਫ ਸਟਾਈਲ 'ਚ ਉਹਦੀ ਮਾਂ ਸ਼ਾਮਲ ਸੀ। ਅਮਰਿੰਦਰ ਸਿੰਘ ਨੇ ਆਪਣਾ ਲਾਈਫ ਸਟਾਈਲ ਕਦੇ ਬਦਲਿਆ ਨਹੀਂ ਤੇ ਕਦੇ ਕਿਸੇ ਨੂੰ ਉਹਦੇ 'ਤੇ ਮਤਲਬ ਪਰਦੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਲਾਈਫ ਸਟਾਈਲ 'ਤੇ ਕਦੇ ਕਿਸੇ ਨੇ ਬਹੁਤਾ ਇਤਰਾਜ਼ ਵੀ ਨਹੀਂ ਕੀਤਾ।
ਹੁਣ ਜਦੋਂ ਇਸ ਵੇਲੇ ਮੇਰੇ ਸਾਹਮਣੇ ਇਹ ਹੈ ਕਿ ਅਮਰਿੰਦਰ ਸਿੰਘ ਵਾਹਦ ਉਹ ਆਦਮੀ ਹੈ ਜਿਹਦੇ ਤੇ ਇਹ ਵੂਮਨ ਦੀ ਹੇਠੀ ਕਰਨ ਦਾ, ਉਹਨੂੰ ਮਤਲਬ ਗਲਤ ਅੰਦਾਜ਼ਨ ਦਾ ਜਿਹੜਾ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਉਹਨੇ ਦੋਸਤੀਆਂ ਪਾਲੀਆਂ ਨੇ, ਬਿਲਕੁਲ ਪਾਲੀਆਂ ਨੇ, ਪਰ ਵੂਮਨ ਨਾਲ ਧੱਕਾ ਕਦੇ ਨਹੀਂ ਕੀਤਾ। ਹੁਣ ਵੂਮਨ ਨਾਲ ਧੱਕਾ ਨਾ ਕਰਨ ਦੀ ਗੱਲ ਜਿਹੜੀ ਆ, ਜਿਹੜੇ ਬੰਦੇ ਉਹਦੀ ਗਲਤ ਲਾਭ ਉਠਾਉਣਾ ਚਾਹੁੰਦੇ ਸੀ, ਉਹਨੂੰ ਵਰਤਣਾ ਚਾਹੁੰਦੇ ਸੀ, ਉਦੋਂ ਵੀ ਤੇ ਹੁਣ ਵੀ, ਉਹ ਅਮਰਿੰਦਰ ਸਿੰਘ ਦੇ ਕਰੈਕਟਰ ਨੂੰ ਮਤਲਬ ਨੁਕਸਾਨ ਪਹੁੰਚਾਉਂਦੇ ਰਹੇ ਨੇ। ਇਹ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸਮਝਦਾ ਕਿ ਮੈਂ ਇਹਦੀ ਬੈਕਗਰਾਉਂਡ ਜਾਣਨਾ ਚਾਹੁੰਦਾ। ਇੱਕ ਸੈਕਿੰਡ ਜੇ ਤੁਸੀਂ ਮੈਨੂੰ ਦਿਓ, ਮੈਂ ਤੁਹਾਡੇ ਕੋਲ ਮੈਂ ਕਹਿ ਸਕਦਾ ਕਿ ਸਾਡਾ ਇੱਕ ਪਰੰਪਰਕ ਐਟੀਟਿਊਡ ਹੈ ਐਂਟੀ ਵੂਮਨ। ਅਸੀਂ ਵੂਮਨ ਨੂੰ ਇਹ ਸਮਝਦੇ ਹਾਂ ਕਿ ਉਹ ਜਿਹੜਾ ਪਿਕਚਰ ਫਿਲਮਾਂ ਵਾਲਿਆਂ ਨੇ ਕੀਤਾ ਨਾ, ਹੱਸੀ ਤੇ ਫਸੀ, ਇਹ ਜਿਹੜਾ ਸਾਡੇ ਕਲਚਰ 'ਚ ਆ ਗਿਆ ਹੋਇਆ। ਅਸੀਂ ਵੂਮਨ ਨਾਲ ਗੱਲ ਕਰਦੇ ਹੋਈਏ ਤੇ ਵੂਮਨ ਜਿਹੜੀ ਆ ਉਹ ਗਰਦਾਨੀ ਜਾਂਦੀ ਹੈ ਕਿ ਪਤਾ ਨਹੀਂ ਇਹਦਾ ਕੀ ਖਾ ਗਿਆ, ਉਹਨੂੰ ਮਟੀਰੀਅਲ ਮੰਨਿਆ ਹੋਇਆ ਹੈ। ਇਹ ਬੰਦੇ ਦੀ ਆਪਣੀ ਘਾੜਤ ਹੈ। ਅਸੀਂ ਮਤਲਬ ਜੇ ਮੈਂ ਲੰਬਾ ਚੌੜਾ ਜਾਣਾ ਨਹੀਂ ਚਾਹੁੰਦਾ, ਨਹੀਂ ਤੇ ਸਾਡੀ ਜਦੋਂ ਬੰਦੇ ਨੇ ਵਧੀਕੀ ਕੀਤੀ ਵੂਮਨ ਨਾਲ, ਉਹਦੀ ਸਜ਼ਾ ਜਿਹੜੀ ਵੂਮਨ ਨੂੰ ਭੁਗਤਣੀ ਪੈਂਦੀ ਰਹੀ। ਜੀ ਅੱਜ ਮੈਂ ਇਹ ਨਹੀਂ ਕਹਿੰਦਾ ਵੀ ਸਜ਼ਾ ਕਿਹਨੂੰ ਭੁਗਤਣੀ ਪੈਂਦੀ ਹੈ, ਮਤਲਬ ਮੈਂ ਇਹ ਗੱਲ ਜਾਣਨਾ ਕਿ ਮੈਨੂੰ ਯਾਦ ਹੈ ਕਿ ਜਦੋਂ ਅਰੂਸਾ ਆਲਮ ਦਾ ਮਾਮਲਾ ਸ਼ੁਰੂ ਹੋਇਆ ਸੀ, ਬਿਲਕੁਲ ਸ਼ੁਰੂਆਤੀ ਦਿਨ ਜਿਹੜੇ ਸੀ, ਉਦੋਂ ਪੀਡੀ ਮਹਿੰਦਰਾ ਨੇ ਸਵਾਲ ਕੀਤਾ ਸੀ ਇਹਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿ ਤੁਸੀਂ ਅਰੂਸਾ ਜੀ ਇਹ ਦੱਸੋ ਕਿ ਕੀ ਤੁਸੀਂ, ਤੁਹਾਡਾ ਇਸ਼ਕ ਹੈ ਉਹਦੇ ਨਾਲ, ਮੁਹੱਬਤ ਹੈ ਅਮਰਿੰਦਰ ਸਿੰਘ ਨਾਲ? ਤੇ ਉਹਦਾ ਜਵਾਬ ਨੇ ਦਿੱਤਾ ਸੀ ਵੀ ਮੈਂ ਤੁਹਾਨੂੰ ਹੀ ਪੁੱਛਦੀ ਹਾਂ ਕਿ ਅਮਰਿੰਦਰ ਸਿੰਘ ਵਰਗੇ ਬੰਦੇ ਨੂੰ ਮੁਹੱਬਤ ਕੌਣ ਨਹੀਂ ਕਰੇਗਾ। ਯਾਰ ਇਹ ਜਿਹੜੀ ਗੱਲ ਸੀ ਅਮਰਿੰਦਰ ਦੀ, ਇਹ ਜਿਹੜੀ ਖਿੱਚ ਸੀ ਅਮਰਿੰਦਰ ਦੀ, ਉਹਨੂੰ ਨੇ ਗਲੀਆਂ 'ਚ ਧੂ ਗਏ ਲੈਣ ਦਾ। ਬਹੁਤ ਅਫਸੋਸ ਵਾਲੀ ਗੱਲ ਹੈ। ਉਹ ਸਿਆਸਤ ਕਰਨ, ਜੀ ਸਦਕੇ ਕਰਨ, ਪਰ ਅਮਰਿੰਦਰ ਤੇ ਇਹ ਗੱਲ ਚਿਪਕਾ ਰਹੇ ਨੇ। ਇਹ ਚਿਪਕ ਸਕਦੀ ਹੈ, ਅਮਰਿੰਦਰ ਨੂੰ ਇਹਦਾ ਨੁਕਸਾਨ ਹੋ ਸਕਦਾ ਹੈ। ਪਰ ਮੈਂ ਯਾਦ ਰੱਖੋ ਕਿ ਮੈਂ ਇੱਕ ਐਕੈਡੈਮਿਸ਼ੀਅਨ ਦੇ ਤੌਰ ਤੇ ਉਮਰ ਦੇ ਸੋਚੇ ਸਮਝੇ ਢੰਗ ਨਾਲ ਕਹਿ ਰਿਹਾ ਕਿ ਇਹ ਗੱਲ ਜਿਹੜੀ ਹੈ ਇਹ ਕਦੇ ਵੀ ਨੈਤਿਕਤਾ ਦੇ ਐਂਗਲ ਤੋਂ, ਸਿਧਾਂਤ ਦੇ ਐਂਗਲ ਤੋਂ ਕਦੇ ਠੀਕ ਨਹੀਂ ਹੋਣੀ। ਜਿਹੜੇ ਉਹਨਾਂ ਨੇ ਸਜ਼ਾ ਭੁਗਤਣੀ ਪਾਏਗੀ। ਜੀ ਪ੍ਰੋਫੈਸਰ ਸਾਹਿਬ, ਠੀਕ ਹੈ, ਤੁਹਾਡੇ ਵੱਲ ਮੁੜਦਾ ਹੈ। ਮੈਂ ਸਰਦਾਰ ਉਜਾਗਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਹੈ। ਸਰਦਾਰ ਸਾਹਿਬ, ਸਵਾਲ ਇਹੀ ਹੈ ਕਿ ਕੀ ਅਸੀਂ ਇੰਨੇ ਛੋਟੇ ਪੱਧਰ ਤੇ ਇੱਕ ਦੂਜੇ ਨੂੰ ਵਲ ਕੇ, ਦੋਸ਼ ਲਾ ਕੇ, ਨੀਵਾਂ ਵਿਖਾ ਕੇ ਆਉਂਦੇ ਦਿਨ ਹੀ ਇੱਕ ਦੂਜੇ ਨੂੰ ਫੇਸ ਕਰ ਪਾਵਾਂਗੇ? ਰਾਜਨੀਤੀ ਦੇ ਵਿੱਚ ਵਿਰੋਧ ਹੋਣਾ ਤੇ ਵਿਰੋਧੀ ਹੋਣਾ ਵੱਡੀ ਗੱਲ ਆ, ਔਰ ਜੇ ਨਾ ਹੋਵੇ ਤੁਹਾਡਾ ਵਿਕਾਸ ਰੁਕ ਜਾਂਦਾ। ਮੈਨੂੰ ਇਹ ਸਮਝਾਓ ਕਿ ਲਾਈਫ ਸਟਾਈਲ ਇਸ਼ੂ ਨੂੰ ਗਵਰਨੈਂਸ ਦੇ ਇਸ਼ੂ ਨਾਲ ਦੱਬਿਆ ਜਾ ਸਕਦਾ? ਕਿਸੇ ਦੀ ਨਿੱਜੀ ਜ਼ਿੰਦਗੀ ਦੇ ਨੂੰ ਅਸੀਂ ਇਸ਼ਤਿਹਾਰ ਬਣਾ ਕੇ ਪੰਜਾਬ ਦੇ ਬਾਕੀ ਮੁੱਦਿਆਂ ਤੋਂ ਅੱਖਾਂ ਮੀਟ ਲਈਏ? ਜਿਸ ਤਰ੍ਹਾਂ ਦੀ ਕਵਾਇਦ ਹੋ ਰਹੀ ਆ, 2 ਮਹੀਨੇ ਦੇ ਵਿੱਚੋਂ ਜੇ 10 ਦਿਨ ਵੀ ਇਹ ਮੁੱਦਾ ਅੱਗੇ ਖਿੱਚਿਆ ਜਾਂਦਾ ਤਾਂ ਮੈਨੂੰ ਇਹ ਸਮਝਾਓ ਅਸੀਂ ਇਸ ਵੇਲੇ 3 ਮਹੀਨੇ ਲਈ ਸਰਕਾਰ ਬਦਲ ਕੇ ਕੀ ਖੱਟਿਆ? ਮੈਨੂੰ ਇਹ ਵੀ ਸਮਝਾ ਦਿਓ ਕਿ ਇਸ ਰਾਜਨੀਤੀ ਦੇ ਅੱਗੇ ਵਧਣ ਨਾਲ ਪੰਜਾਬ ਨੂੰ ਕੁਝ ਭਲਾ ਹੋਊਗਾ? ਆਉਂਦੇ ਦਿਨਾਂ ਦੇ ਵਿੱਚ ਇਲੈਕਸ਼ਨ ਆਉਣ ਵਾਲੀ ਆ, ਇਹ ਇਸ ਤੋਂ ਵੀ ਨੀਵੇਂ ਪੱਧਰ ਤੇ ਵਧਣਗੇ, ਇਸ ਤੋਂ ਵੀ ਜ਼ਿਆਦਾ ਮਤਲਬ ਮੈਂ ਤਾਂ ਇਹ ਵੀ ਕਹੂੰਗਾ ਕਿ ਫਿਰ ਜਿਹੜੇ ਲੁਕਵੇਂ ਪਹਿਲੂ ਨੇ ਇੱਕ ਤੋਂ ਵੱਧ ਉਜਾਗਰ ਹੋਣਗੇ, ਫਿਰ ਹੋਰ ਵੀ ਜਿਹੜੇ ਲੁਕਵੇਂ ਰਿਸ਼ਤੇ ਉਹ ਵੀ ਸਾਹਮਣੇ ਆ ਸਕਦੇ ਆ। ਇਸ ਹਮਾਮ ਚ ਸਾਰੇ ਨੰਗਿਆ, ਕਿਹਨੂੰ ਨਹੀਂ ਪਤਾ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਉਹਦਾ ਪਰਿਵਾਰ ਇਹਨੂੰ ਸਵੀਕਾਰ ਕਰ ਲੈਂਦਾ ਤੇ ਖੁੱਲੇ ਚਿੱਟੇ ਦਿਨ ਚ, ਲੇਕਿਨ ਜੇ ਕਿਸੇ ਹੋਰ ਦਾ ਆਇਆ ਤੇ ਫਿਰ ਉਹਦੀ ਪਰਿਵਾਰਕ ਜ਼ਿੰਦਗੀ ਵੀ ਪ੍ਰਭਾਵਿਤ ਹੋਊਗੀ। ਆਉਂਦੇ ਦਿਨ ਹੀ ਕੋਈ ਇਹ ਚਿੱਕੜ ਦੇ ਵਿੱਚ ਛਿੱਟੇ ਛੁੱਟਿਆਂ ਨਾਲ ਲਿਬੜਦੇ ਸਫਾਫ ਕੱਪੜੇ ਵਾਲੇ, ਚਿੱਟੇ ਕੱਪੜੇ ਵਾਲੇ ਦੇਖੀਏ। ਇਹਦਾ ਰੰਧਾਵਾ ਸਾਹਿਬ, ਜਿਹੜੀ ਤੁਸੀਂ ਬਹੁਤ ਸਾਰੀਆਂ ਗੱਲਾਂ ਕਹਿਤੀਆਂ, ਬਹੁਤ ਪੁਆਇੰਟ ਤੁਸੀਂ ਖੜੇ ਕਰਤੇ, ਪਰ ਸਵਾਲ ਇਸ ਗੱਲ ਦਾ ਹੈ ਵੀ ਜੇ ਅਸੀਂ ਇਸ ਪਾਸੇ ਨੂੰ ਤੁਰ ਗਏ ਤਾਂ ਸਿਆਸਤ ਦਾ ਇਦੋਂ ਵੱਡਾ ਨਿਗਾਰ ਕੋਈ ਨਹੀਂ ਆ ਸਕਣਾ। ਪਰ ਮੈਨੂੰ ਥੋੜੀ ਜਿਹੀ ਇੱਕ 'ਚ ਪੋਜ਼ਿਟਿਵਿਟੀ ਲੱਗ ਰਹੀ ਹੈ ਹੁਣ। ਇਹਨਾਂ ਨੇ ਪਹਿਲਾਂ ਇਹ ਸ਼ੁਰੂ ਕੀਤਾ ਸੀ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਪੋਲੀਟੀਸ਼ੀਅਨ ਨੇ ਸ਼ੁਰੂ ਕੀਤਾ ਸੀ ਉਹ ਇੱਕ ਗੱਲ ਤਾਂ ਜ਼ਰੂਰ ਮੰਨ ਗਏ ਨੇ ਇਹ ਬਈ ਇਹ ਸਾਡੇ ਜੁਰਿਸਡਿਕਸ਼ਨ 'ਚ ਨਹੀਂ ਹੈ। ਵੀ ਜਿਹੜੀ ਕਹਿੰਦੇ ਸੀ ਨਾ ਵੀ ਆਹ ਹੋਏਗਾ ਜੀ, ਪੜਤਾਲ ਹੋਏਗੀ, ਉਹ ਗੱਲ ਤਾਂ ਮੰਨ ਗਈ। ਮੇਰਾ ਖਿਆਲ ਹੈ ਹੁਣ ਇਹ ਕੂਲ ਡਾਊਨ ਇਸ ਕਰਕੇ ਹੋਏਗਾ ਕਿਉਂਕਿ ਉਹਨਾਂ ਬਰਾਬਰ ਫੋਟੋਆਂ ਜਿਹੜੀਆਂ ਨੇ ਨਾ ਉਹ ਜਾਰੀ ਹੋ ਗਈਆਂ। ਇਸ ਕਰਕੇ ਇਹ ਮੈਂ ਸਮਝਦਾ ਕਿ ਇਸਤਰੀ ਜਾਤੀ ਦਾ ਨੁਕਸਾਨ ਹੈ। ਇਹ ਬੇਇੱਜ਼ਤੀ ਸਾਰੇ ਰਲ ਕੇ ਨਾ ਇੱਕ ਇਸਤਰੀ ਜਾਤੀ ਦੀ ਕਰ ਰਹੇ ਨੇ। ਇਹ ਇਕੱਲੇ ਆਪਣੇ ਫਾਇਦਿਆਂ ਨੂੰ ਦੇਖ ਕੇ ਇਹ ਸਾਰੇ ਇਸ ਦਾ ਨੁਕਸਾਨ ਇਹ ਸਾਰੀਆਂ ਪਾਰਟੀਆਂ ਵਾਲੇ ਉਠਾਉਣਗੇ। ਜਿਹੜੇ ਇਹ ਇਲਜ਼ਾਮ ਲਾ ਰਹੇ ਨੇ ਨਾ ਇਹ ਖੁਦ ਉਠਾਉਣਗੇ। ਇਹ ਨਿਗਾਰ ਵਾਲਿਆਂ ਨੂੰ ਨਹੀਂ ਜਾਣਾ ਚਾਹੀਦਾ। ਕੈਪਟਨ ਜਿਵੇਂ ਇਹਨਾਂ ਨੇ ਕਿਹਾ ਨਾ ਲਾਈਫ ਸਟਾਈਲ, ਮੈਂ ਗੱਲ ਕੀਤੀ ਸੀ ਕੈਪਟਨ ਸਾਹਿਬ ਨਾਲ ਇੱਕ ਵਾਰ ਵੀ ਤੁਹਾਡੇ ਤੇ ਇਹ ਇਲਜ਼ਾਮ ਲਾਉਣਾ ਇਲੈਕਸ਼ਨ ਤੋਂ ਪਹਿਲਾਂ, ਤੇ ਮੈਨੂੰ ਇਹ ਪਤਾ ਲੱਗਿਆ। ਉਹ ਕਹਿੰਦੇ ਜੀ ਇਹ 'ਚ ਕੋਈ ਫਰਕ ਨਹੀਂ ਪੈਂਦਾ, ਮੈਂ ਇਸ ਗੱਲ ਨੂੰ ਬੋਦਰ ਨਹੀਂ ਕਰਦਾ ਕਿਉਂਕਿ ਸਾਡਾ ਜਿਹੜਾ ਪਰਿਵਾਰ ਦਾ ਵਿਰਾਸਤ ਹੈ, ਸਾਡਾ ਜਿਹੜਾ ਸਿਸਟਮ ਹੈ,
ਅਸੀਂ ਇਹ ਪਾਰਟੀਆਂ ਕਰਦੇ ਹੀ ਰਹਿੰਦੇ ਆ, ਸਾਡੇ ਕੋਲ ਆਮ ਗੱਲ ਆ, ਜਿਹੜੇ ਗੈਸਟ ਸਾਡੇ ਕੋਲ ਆਮ ਆਉਂਦੇ ਰਹਿੰਦੇ ਨੇ। ਇਹ ਮੈਂ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਕਿ ਇਹ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ ਇਹ ਨਿੱਜੀ ਗੱਲਾਂ ਤੇ ਆ ਕੇ ਮੁੱਦਿਆਂ ਤੋਂ ਦੂਰ ਜਾ ਰਹੇ ਨੇ। ਜਿਹੜੀ ਤੁਸੀਂ ਪਰਫਾਰਮੈਂਸ ਦੀ ਗੱਲ ਕੀਤੀ ਹੈ, ਹੁਣ ਇਦਾਂ ਵੋਟਾਂ ਨਹੀਂ ਮਿਲਣੀਆਂ। ਵੈਸੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ, ਜੇ ਕਹਿਣ ਵੀ ਇਦਾਂ ਵੋਟਾਂ ਮਿਲਣਗੀਆਂ, ਇਹਨਾਂ ਨੂੰ ਡਰ ਇਹੀ ਹੋ ਗਿਆ, ਇਹਨਾਂ ਨੂੰ ਡਰ ਇਹ ਹੋ ਗਿਆ ਵੀ ਜਿਹੜਾ ਜਿਸ ਤਰ੍ਹਾਂ ਟੌੜਾ ਸਾਹਿਬ ਨੇ ਹਰਾਇਆ ਸੀ ਅਕਾਲੀ ਦਲ, ਵੀ ਇਹ ਕਾਂਗਰਸ ਨੂੰ ਹਰਾ ਦੇਣਗੇ। ਇਹ ਬਿਲਕੁਲ ਠੀਕ ਹੈ, ਜੇ ਬੀਜੇਪੀ ਨਾਲ ਰਲ ਗਏ ਜੋ ਮਰਜ਼ੀ ਕਰੋ। ਇਹ ਸ਼ਹਿਰਾਂ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਜਿਹੜੇ ਸ਼ਹਿਰ ਨੇ ਨਾ, ਜਿਸ ਤਰ੍ਹਾਂ ਲੁਧਿਆਣਾ, ਜਲੰਧਰ, ਪਠਾਨਕੋਟ ਜਾਂ ਹੁਸ਼ਿਆਰਪੁਰ ਦਾ ਇਲਾਕਾ ਤੇ ਅੰਮ੍ਰਿਤਸਰ, ਇੱਥੇ ਜਿਹੜੇ ਹਿੰਦੂ ਨੇ ਅਜੇ ਮੋਦੀ ਕਰਦੇ ਨੇ। ਤੇ ਜੇ ਕੈਪਟਨ ਪੈਸੇ ਹੀ ਧਰਮ ਨਿਰਪੱਖ ਤੌਰ ਲੀਡਰ ਦੇ ਤੌਰ ਤੇ ਇੱਕ ਪਾਪੂਲਰ ਆ, ਇਹ ਤਾਂ ਜਿੰਨਾ ਸਿੱਖਾਂ 'ਚ ਪਾਪੂਲਰ ਆ ਉਹਨਾਂ ਹਿੰਦੂਆਂ 'ਚ। ਇਸ ਕਰਕੇ ਇਹ ਸਿਆਸਤ ਵਾਲੀ ਗੱਲ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ। ਔਰਤ ਦੀ ਇੱਜ਼ਤ ਨੂੰ, ਇੱਜ਼ਤ ਮਾਣ ਨੂੰ ਇਹਨਾਂ ਨੂੰ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ, ਜਿਸ ਤਰ੍ਹਾਂ ਤੁਸੀਂ ਕਿਹਾ, ਜੇ ਕੱਲ ਨੂੰ ਕਿਸੇ ਹੋਰ ਬਾਰੇ ਕਰ ਲਿਆ ਤੇ ਫਿਰ ਕੀ ਜਵਾਬ ਦੇਣਗੇ। ਦੇਖੋ ਇਹੋ ਜਿਹੇ ਜਿਹੜੇ ਸਿਆਸਤਦਾਨ ਨੇ, ਇਹਨਾਂ ਤੇ ਇਲਜ਼ਾਮ ਲੱਗਣਾ, ਇਹ ਜਿਸ ਤਰ੍ਹਾਂ ਡਾਕਟਰ ਬਲਕਾਰ ਸਿੰਘ ਨੇ ਕਿਹਾ ਨਹਿਰੂ ਤੇ ਵੀ ਲੱਗਦੇ ਰਹੇ ਨੇ, ਇਹ ਸਿਰਫ ਚਿੱਕੜ ਉਛਾਲਣ ਵਾਲੀ ਗੱਲ ਹੁੰਦੀ ਆ। ਕਿਸੇ ਨੇ ਕੋਈ ਇਹ ਗੱਲ ਨਹੀਂ ਦੇਖਣੀ ਹੁੰਦੀ। ਕੋਈ ਗੱਲ, ਕੋਈ ਕਿਸੇ ਕੋਲ ਜਾਂਦਾ ਤੇ ਅਸੀਂ ਦੇਖਦੇ ਰਹਿੰਦੇ ਆ ਤੇ ਸਭ ਨੂੰ ਪਤਾ ਲੱਗਦਾ। ਇੱਕ ਚੀਫ ਮਿਨਿਸਟਰ ਕੋਲ ਜੇ ਕੋਈ ਜਾਂਦਾ ਤੇ ਚੀਫ ਮਿਨਿਸਟਰ ਦੇ ਘਰ ਨੂੰ ਸਾਰੇ ਦੇਖਦੇ ਨੇ। ਇਸ ਕਰਕੇ ਜਾਂ ਮਿਨਿਸਟਰ ਕੋਲ ਜਾਂਦਾ, ਕਿਸੇ ਕੋਲ ਵੀ ਕੋਈ ਜਾਂਦਾ ਮਿਲਦਾ, ਤੇ ਇਸ ਨਾਲ ਨੁਕਸਾਨ ਹੈ ਜਿਹੜਾ ਨਾ, ਇਹ ਸਾਰੀਆਂ ਪਾਰਟੀਆਂ ਦਾ ਹੋਏਗਾ। ਅਲਟੀਮੇਟਲੀ ਜਿਹੜਾ ਹੈ ਨਾ, ਇਹਦਾ ਮੈਨੂੰ ਲੱਗਦਾ ਕੈਪਟਨ ਬੈਨੀਫਿਟ ਨਾ ਲੈ ਜਾਵੇ ਕਿਤੇ। ਇਸ ਗੱਲ ਦਾ ਕਰੈਕਟਰ ਐਸੀਨੇਸ਼ਨ ਨੂੰ ਕੋਈ ਨਹੀਂ ਇਹ ਗੱਲ ਸਮਝਦਾ। ਹਾਂ ਬਿਲਕੁਲ, ਥੋੜੀ ਹਮਦਰਦੀ ਤਾਂ ਮਿਲਦੀ ਹੈ, ਲੇਕਿਨ ਪ੍ਰੋਫੈਸਰ ਬਲਕਾਰ ਸਿੰਘ, ਇੱਕ ਸਵਾਲ ਉੱਠੂਗਾ, ਇੰਜ ਲੱਗਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਡਿਫੈਂਡ ਕੀਤਾ ਜਾ ਰਿਹਾ ਹੋਵੇ, ਲੇਕਿਨ ਅਸੀਂ ਵਰਤਾਰਿਆਂ ਨੂੰ ਫੜਨ ਦਾ ਯਤਨ ਕਰ ਰਹੇ ਹਾਂ। ਥੋੜਾ ਜਿਹਾ ਤੁਸੀਂ ਤੀਬਰਤਾ ਨਾਲ ਦੇਖੋਗੇ, ਤੀਖਣ ਬੁੱਧੀ ਨਾਲ ਦੇਖੋਗੇ, ਸਮਾਜ ਵਿੱਚ ਇਹਨਾਂ ਚੀਜ਼ਾਂ ਲਈ ਸਥਾਨ ਘੱਟ ਹੁੰਦੇ ਆ। ਲੇਕਿਨ ਲੋਕ ਕਹਿਣਗੇ, ਜਿਹੜਾ ਮੇਰਾ ਵੀ ਸਵਾਲ ਹੈ ਤੁਹਾਨੂੰ, ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਸਿੱਧਾ ਦੇਸ਼ ਵਿਰੋਧੀ, ਰਾਸ਼ਟਰਵਾਦ ਦੇ ਲਈ ਖਤਰਾ ਔਰ ਪਾਕਿਸਤਾਨ ਦੇ ਲੋਕਾਂ ਨਾਲ ਸਾਂਝਾਂ ਦੀ ਗੱਲ ਕੀਤੀ ਸੀ, ਉਹਨਾਂ ਦੇ ਆਰਮੀ ਚੀਫ ਵਾਲੀ, ਤੇ ਉਹਦੇ ਜਵਾਬ ਵਿੱਚ ਜਾਂ ਉਹਦੇ ਕਾਊਂਟਰ ਵਜੋਂ ਇਹ ਸਵਾਲ ਉੱਠਣੇ ਸ਼ੁਰੂ ਹੋਏ ਸੀ ਕਿ ਉਹਨੇ ਤਾਂ ਜੱਫੀ ਪਾਈ, ਤੁਹਾਡੀ ਤਾਂ ਮਹਿਲਾ ਮਿੱਤਰ ਤੁਹਾਡੇ ਕੋਲ ਰਹਿੰਦੀ ਰਹੀ ਆ। ਇਹ ਸਵਾਲ ਲੋਕ ਕਹਿਣਗੇ ਕਿ ਇਹ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਲੜਾਈ ਆ। ਪਹਿਲਾਂ ਤਾਂ ਇਹ ਇੱਥੇ ਕੈਪਟਨ ਅਮਰਿੰਦਰ ਸਿੰਘ ਕਟਹਿਰੇ 'ਚ ਖੜੇ ਹੁੰਦੇ ਆ, ਤੇ ਦੂਜਾ ਸਵਾਲ ਇਹਦੇ ਨਾਲ ਹੀ ਖੜਾ ਹੋ ਜਾਂਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਕਦੇ ਕੈਪਟਨ ਅਮਰਿੰਦਰ ਦੇ ਨਾਲ ਬਹੁਤ ਨੇੜੇ ਸੀ, ਔਰ ਸਰਦਾਰ ਸੰਤੋਖ ਸਿੰਘ ਰੰਧਾਵਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਸੁਖਜਿੰਦਰ ਰੰਧਾਵਾ ਨੂੰ ਬਹੁਤਾ ਖੜਾ ਕੀਤਾ ਗਿਆ। ਭਾਵੇਂ ਪਿਛਲੀ ਵਾਰੀ 17 ਦੇ ਵਿੱਚ ਐਨ ਪਹਿਲੀ ਕੈਬਨਿਟ ਵਿਸਥਾਰ 'ਚ ਉਹਨਾਂ ਨੂੰ ਨਹੀਂ ਸੀ ਲਿਆ ਗਿਆ, ਉਹ ਨਾਰਾਜ਼ ਵੀ ਹੋਏ, ਔਰ ਦੂਜੀ ਵਾਰੀ ਜਾਖੜ ਦੇ ਜ਼ੋਰ ਪਾਉਣ ਤੇ ਲਿਆ ਗਿਆ। ਹੁਣ ਜਿਵੇਂ ਇਹ ਕਿਹਾ ਗਿਆ ਕਿ ਉਹਨਾਂ ਨੇ ਵੀ ਯੂ ਟਰਨ ਮਾਰ ਲਿਆ ਕਿ ਨਹੀਂ, ਕੋਈ ਜਾਂਚ ਨਹੀਂ ਅਸੀਂ ਕਰਵਾ ਰਹੇ, ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਮੈਂ ਤੁਹਾਨੂੰ ਇਹ ਜ਼ਰੂਰ ਪੁੱਛੂੰਗਾ ਕਿ ਕੈਪਟਨ ਸਾਹਿਬ ਦੇ ਉੱਤੇ ਵੀ ਇਹ ਹਰਫ ਤਾਂ ਆਊਗਾ ਕਿ ਬਹਿਸ ਤੁਸੀਂ ਛੇੜੀ, ਹੁਣ ਇਸ ਬਹਿਸ ਨੂੰ ਕਿੱਥੇ ਤੱਕ ਲੈ ਕੇ ਜਾਣਾ ਇਹ ਵੀ ਤੁਹਾਡੇ ਤੇ ਆ, ਕਿਉਂਕਿ ਉਹ ਰਵੀਨ ਠਕਰਾਲ ਨੇ ਜਿਹੜੀਆਂ ਫੋਟੋਆਂ ਜਾਰੀ ਕੀਤੀਆਂ, ਉਸ ਤੋਂ ਬਾਅਦ ਹੀ ਉਹ ਕਹਿੰਦੇ ਨਾ ਭੱਜਦਿਆਂ ਨੂੰ ਵਾਹਣ ਇੱਕੋ ਜੇ ਤੇ ਲੜਾਈ ਬਰਾਬਰ ਤੇ ਆ ਗਈ। ਤਾਂ ਮੈਂ ਪੁੱਛਿਆ, ਮੈਂ ਦੇਖੋ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਮੈਂ ਉਸ ਗੱਲ ਨਾਲ ਵੀ ਸਹਿਮਤ ਨਹੀਂ ਸੀ ਅਮਰਿੰਦਰ ਸਿੰਘ ਦੀ ਨਾਲ, ਜਿਹੜੀ ਉਹ ਸਿੱਧੂ ਤੇ ਐਲੀਗੇਸ਼ਨ ਲਾਉਂਦੇ ਕਿ ਸਿੱਧੂ ਤਾਂ ਕਹੇ ਤਾਂ ਕੀ ਹੁੰਦਾ ਉੱਥੇ। ਤੇ ਮੈਂ ਸਿੱਧੂ ਉਹਨਾਂ ਨਾਲ ਵੀ ਇਸ ਕਰਕੇ ਸਹਿਮਤ ਨਹੀਂ ਸੀ ਵੀ ਜਿਹੜਾ ਬਾਜਵਾ ਉਹਨਾਂ ਦਾ ਆਰਮੀ ਮੁਖੀ ਹੈ ਤੇ ਅਰੂਸਾ ਆਲਮ ਨੂੰ ਇੱਕ ਬਰਾਬਰ ਗਿਣਨਾ, ਇਹ ਵੈਸੇ ਹੀ ਮਤਲਬ ਗਲਤ ਗੱਲ ਸੀ। ਨਾਲੇ ਦੋਨੇ ਦੋ ਡਿਫਰੈਂਟ ਸਿਚੁਏਸ਼ਨ ਸੀ। ਚੱਲ ਉਹ ਮੈਂ ਕਹਿੰਦਾ ਨਹੀਂ। ਮੈਂ ਤਾਂ ਇੱਕ ਗੱਲ ਹੋਰ ਕਹਿਣ ਲੱਗਾ ਤੁਹਾਨੂੰ ਵੀ ਇਹ ਗੱਲ ਹੋਈ ਕਿਉਂ, ਇਹਦੇ ਚੋਂ ਨਿਕਲੀਏ ਕਿਵੇਂ। ਹੋਈ ਤੇ ਇਸ ਕਰਕੇ ਕਿ ਅਸੀਂ ਵੂਮਨ ਦੇ ਬਾਰੇ ਵਿੱਚ ਜਿਹੜੀ ਸਾਡੀ ਪਰੰਪਰਕ ਬਣੀ ਹੋਈ ਸਮਝ ਹੈ, ਉਹਦੇ ਤੋਂ ਇੱਧਰ ਉੱਧਰ ਨਹੀਂ ਹੁੰਦੇ। ਤੇ ਸਾਨੂੰ ਜਿਹੜੀ ਗੱਲ ਅਸੀਂ ਉਹਨਾਂ ਦੇ ਮੋਢਿਆਂ ਤੇ ਤੋਂ ਮਤਲਬ ਕਦੇ ਅਮਰਿੰਦਰ ਲੈ ਕੇ ਨਹੀਂ ਤੁਰਿਆ ਅਰੂਸਾ ਨੂੰ, ਉਹ ਸਾਡੇ ਮੋਢਿਆਂ ਤੋਂ ਕਦੇ ਉਤਰੀ ਨਹੀਂ। ਮੈਨੂੰ ਇਹ ਗੱਲ ਜਿਹੜੀ ਹੈ ਇੱਕ ਤੇ ਇਹ ਲੱਗਦੀ ਵੀ ਗੱਲ ਤੇ ਇਸ ਕਰਕੇ ਹੋ ਰਹੀ ਹੈ, ਸਾਨੂੰ ਹੋਰ ਹੀ ਲੱਗਦਾ ਅਸੀਂ ਮਜ਼ਾ ਲੈ ਰਹੇ ਹਾਂ ਇਹਦੇ ਚੋਂ, ਇਹ ਇਸ਼ੂ ਨਹੀਂ ਹੈ। ਯਾਨੀ ਮਜ਼ਾ ਲੈਣ ਵਾਲੇ ਜਿਹੜੇ ਨੇ, ਜਿਹੜੇ ਠਰਕੀ ਨੇ, ਉਹਨਾਂ ਦਾ ਕੀ ਕਰ ਸਕਦੇ ਆ। ਇਹ ਠਰਕ ਲਫ਼ਜ਼ ਨਾਲ ਮੈਂ ਐਕਸਪਲੇਨ ਨਹੀਂ ਕਰਨਾ ਚਾਹੁੰਦਾ। ਮੈਂ ਦੂਜੀ ਗੱਲ ਕਰਨਾ ਚਾਹੁੰਦਾ ਅਗਲੀ। ਹੁਣ ਇਸ ਵੇਲੇ ਅਸੀਂ ਮਲਟੀ ਕਲਚਰ ਚਲੇ ਗਏ, ਦੁਨੀਆ ਭਰ ਛਾ ਗਏ, ਸਾਡਾ ਪੰਜਾਬ ਸੈਂਟਰਿਕ ਕੁਝ ਨਹੀਂ ਰਿਹਾ। ਅਮਰਿੰਦਰ ਡੇ 1 ਤੋਂ ਹੀ ਵੈਸਟਰਨਾਈਜ਼ ਸੀਗਾ, ਕਿਉਂਕਿ ਉਹ ਬਾਹਰ ਪੜ੍ਹੇ, ਸਾਰੇ ਮਤਲਬ ਪੜ੍ਹੇ ਲਿਖੇ ਬੰਦੇ ਸੀ, ਉਹਨਾਂ ਨੂੰ ਕੋਈ ਹੁਣ ਉਹਨਾਂ 'ਚ ਵੈਲਿਊ ਵੈਸਟਰਨ ਕੀ ਹੈ। ਸਾਰੇ ਯਾਰ ਹੱਦ ਹੋ ਗਈ। ਇੱਥੇ ਹੀ ਅਰੂਸਾ ਆਲਮ ਪੈਦਾ ਹੁੰਦੀ ਹੈ, ਸਾਰੇ ਕੈਨੇਡਾ ਵਿੱਚ ਨਹੀਂ ਹੁੰਦੀ, ਅਮਰੀਕਾ ਵਿੱਚ ਨਹੀਂ ਹੁੰਦੀ, ਇੰਗਲੈਂਡ ਵਿੱਚ ਨਹੀਂ ਹੁੰਦੀ, ਲੋਕ ਉੱਥੇ ਵੀ ਤੁਰੇ ਫਿਰਦੇ ਨੇ। ਅਸੀਂ ਜਦੋਂ ਜਿਹੜੀ ਗੱਲ ਨੂੰ ਮਤਲਬ ਸੈਂਟਰ ਲੈਣਾ, ਹੁਣ ਸਾਨੂੰ ਇਹ ਲੈਣਾ ਪਏਗਾ ਕਿ ਅਸੀਂ ਵੂਮਨ ਨੂੰ ਵੂਮਨ ਸਮਝੀਏ, ਉਹਨੂੰ ਦੋਸਤ ਸਮਝਣ ਦਾ ਅਧਿਕਾਰ ਦਈਏ, ਤੇ ਅਸੀਂ ਇਹਨੂੰ ਕੰਪੈਨੀਅਨਸ਼ਿਪ 'ਚ ਲਈਏ।
ਮੈਂ ਮਤਲਬ ਜਦੋਂ ਜਿਹੋ ਜਿਹਾ ਮੈਂ ਉਜਾਗਰ ਸਿੰਘ ਦੀ ਕੰਪਨੀ 'ਚ ਮਹਿਸੂਸ ਕਰਦਾ, ਤੇਰੀ ਕੰਪਨੀ 'ਚ ਮਹਿਸੂਸ ਕਰਦਾ, ਮੈਂ ਇੱਕ ਮਤਲਬ ਜਿਹੜੀ ਏਲੀਅਨ ਵੂਮਨ ਹੈ ਜਿਹੜੀ ਮੈਂ ਨਹੀਂ ਜਾਣਦਾ, ਜਿਹਨੂੰ ਬੱਸ 'ਚ ਬੈਠਾ ਮੈਂ ਜਿਹਦੇ ਨਾਲ, ਜਾਂ ਮਤਲਬ ਗੱਡੀ ਸਫ਼ਰ ਕਰ ਰਿਹਾ ਜਿਹਦੇ ਨਾਲ, ਮੈਂ ਉਹਦੇ ਨਾਲ ਕਿਉਂ ਮਹਿਸੂਸ ਨਹੀਂ ਕਰ ਸਕਦਾ? ਅਸੀਂ ਵੈਲਿਊਜ਼ ਨੂੰ ਜਿੱਥੇ ਲੈ ਕੇ ਜਾ ਰਹੇ ਹਾਂ, ਅਸੀਂ ਆਪ ਰਿਟਾਰਡਿੰਗ ਸਟੈਪ ਲਿਆ ਹੋਇਆ। ਜੇ ਅਸੀਂ ਇਸ ਤੋਂ ਅੱਗੇ ਨਾ ਤੁਰੇ ਤੇ ਮੈਂ ਸਮਝਦਾ ਵੀ ਇਹਦਾ ਨੁਕਸਾਨ ਤੇ ਫਿਰ ਜਿਹੜੇ ਕਹਿ ਰਹੇ ਨੇ ਉਹਨਾਂ ਨੁਕਸਾਨ ਤੇ 2 ਮਹੀਨਿਆਂ ਨੂੰ ਚੱਲ ਲੈਣਾ ਹੈ। ਬਿਹਤਰੀਨ ਪਤਾ ਲੱਗ ਜਾਣਾ ਇਹਦਾ। ਪਰ ਹੁਣ ਮੈਂ ਇਹ ਸਮਝਾਂ ਕਿ ਸਾਨੂੰ ਇਸ ਗੱਲ ਤੇ ਮੈਂ ਅਪੀਲ ਕਰੂੰਗਾ ਇੱਕ ਬਜ਼ੁਰਗ ਦੇ ਤੌਰ ਤੇ, ਇੱਕ ਅਕੈਡਮਿਸ਼ਨ ਦੇ ਤੌਰ ਤੇ, ਕਿ ਭਾਈ ਇਹਨੂੰ ਮੁੱਦਾ ਨਾ ਬਣਾਓ। ਮੁੱਦਾ ਬਣਾਓਗੇ ਤੇ ਕੋਈ ਧੀ ਭੈਣ ਜਿਹੜੀ ਹੈ ਉਹ ਬਚੇਗੀ ਨਹੀਂ, ਕਿਉਂਕਿ ਉਹਨੇ ਹੁਣ ਇਸ ਕਲਚਰ ਵਿੱਚ ਉਹਨੂੰ ਲੋਕਾਂ ਨਾਲ ਤੁਰਨਾ ਪੈ ਰਿਹਾ, ਉਹਨੂੰ ਮਤਲਬ ਜਾ ਕੇ ਪੜ੍ਹਨਾ ਪੈ ਰਿਹਾ, ਉਹਨੂੰ ਜਾ ਕੇ ਨੌਕਰੀ ਕਰਨੀ ਪੈ ਰਹੀ ਹੈ। ਤੇ ਇਸ ਕਰਕੇ ਇਹ ਨਾ ਕਰੋ, ਇਹ ਬਹੁਤ ਘਾਟੇ ਵਾਲਾ ਸੌਦਾ ਹੈ ਤੇ ਇਹ ਪੰਜਾਬੀਆਂ ਦਾ ਕੁੜੀ ਮਾਰਨ ਵਰਗਾ ਕੰਮ ਹੋ ਜਾਏਗਾ ਜੇ ਅਸੀਂ ਆਖਰੀ ਰਾਉਂਡ ਹੁਣ ਮੈਂ ਮਨੋਵਿਗਿਆਨ ਤੇ ਆਉਣਾ ਚਾਹੁੰਦਾ, ਮੈਂ ਤੁਹਾਡੀ ਉਸ ਫਲਸਫਾਨਾ ਸੋਚ ਤੇ ਆਉਣਾ ਚਾਹੁੰਦਾ ਜਿਹਦੇ ਨਾਲ ਸਾਰੀ ਉਮਰ ਤੁਸੀਂ ਯਾਰੀ ਪਕਾਈ ਹੈ, ਦੋਨਾਂ ਨਹੀਂ। ਜਦੋਂ ਅਸੀਂ ਦੂਜਿਆਂ ਤੇ ਉਂਗਲ ਉਠਾਉਂਦੇ ਆ ਤੇ ਉਦੋਂ ਅਸੀਂ ਆਪਣੀ ਅੱਖ ਦੀ ਸ਼ਰਮ ਤੇ ਆਪਣੇ ਅੱਖ ਦੇ ਲਾਲਚਾਂ ਨੂੰ ਭੁੱਲ ਜਾਂਦੇ ਆ। ਇਹ ਸਭ ਤੋਂ ਵੱਡਾ ਸਵਾਲ ਆ ਕਿ ਤੁਸੀਂ ਜੀਵਨ ਭਰ ਦੇ ਵਿੱਚ ਕਿੰਨੇ ਰਿਸ਼ਤੇ ਹੰਡਾਏ ਜਾਂ ਮਾਣੇ। ਤੁਸੀਂ ਉਸ ਤਰ੍ਹਾਂ ਦਾ ਲਿਟਰੇਚਰ ਪੜ੍ਹ ਕੇ ਤਾਂ ਖੁਸ਼ ਹੋ ਲੈਂਦੇ ਹੋ ਕਿ ਪ੍ਰੇਮ ਪ੍ਰਕਾਸ਼ ਨੇ ਕੀ ਲਿਖਿਆ, ਤੁਸੀਂ ਇਹ ਤਾਂ ਸੋਚ ਲੈਂਦੇ ਹੋ ਕਿ ਰਿਸ਼ਤਿਆਂ ਦੇ ਵਿੱਚ ਸਵਾਦ ਕਿਵੇਂ ਲੈਣਾ, ਲੇਕਿਨ ਤੁਸੀਂ ਇੰਨੇ ਜੋਗੇ ਨਹੀਂ ਕਿ ਖੁੱਲ ਕੇ ਰਿਸ਼ਤਿਆਂ ਨੂੰ ਸਵੀਕਾਰ ਕਰ ਸਕੋ। ਜਿਹੜੇ ਵੀ ਪਰਦੇਦਾਰੀਆਂ ਜਾਂ ਪਰਦੇ ਓਹਲਿਆਂ 'ਚ ਤੁਸੀਂ ਰਿਸ਼ਤੇ ਲਈ ਫਿਰਦੇ ਹੋ, ਜੇਕਰ ਉਹਨਾਂ ਦਾ ਨਗੇਜ ਬਾਹਰ ਆ ਜਾਏ ਤਾਂ ਫਿਰ ਤੁਹਾਨੂੰ ਦੂਜਿਆਂ ਤੇ ਉਂਗਲ ਕਰਨ ਲੱਗਿਆ 100 ਵਾਰੀ ਸੋਚਣਾ ਪਊਗਾ। ਮੈਂ ਪ੍ਰੋਫੈਸਰ ਬਲਕਾਰ ਸਿੰਘ ਵੱਲ ਪਹਿਲਾਂ ਚਾਹੂੰਗਾ, ਨਹੀਂ ਮੈਂ ਸਰਦਾਰ ਉਜਾਗਰ ਸਿੰਘ ਵੱਲ ਜਾਵਾਂ ਕਿਉਂਕਿ ਉਹ ਦੇਰ ਤੇ ਸ਼ਾਂਤ ਨੇ। ਸਰਦਾਰ ਸਾਹਿਬ, ਜ਼ਿੰਮੇਵਾਰੀ ਨਾਲ ਤੁਸੀਂ ਵੀ ਡਿਊਟੀ ਕੀਤੀ ਹੈ ਤੇ ਜ਼ਿੰਮੇਵਾਰੀ ਨਾਲ ਤੁਸੀਂ ਸਿਆਸਤਦਾਨਾਂ ਨੂੰ ਤੱਕਿਆ। ਕਿਹੜਾ ਬੰਦੇ ਦੇ ਸੁਭਾਅ ਤੋਂ ਬਾਹਰ ਰੱਖਿਆ ਜਾ ਸਕਦਾ, ਬੰਦੇ ਦੀਆਂ ਲਿਮਿਟੇਸ਼ਨਸ ਤੋਂ ਪਾਸੇ ਰੱਖਿਆ ਜਾ ਸਕਦਾ, ਬੰਦੇ ਦੀਆਂ ਖਾਹਿਸ਼ਾਂ ਉਹਦੇ ਸੁਪਨਿਆਂ ਤੋਂ ਬਾਹਰ ਕੀਤਾ ਜਾ ਸਕਦਾ। ਬੰਦਾ ਤੇ ਬੰਦਾ ਹੀ, ਭਾਵੇਂ ਟੀਸੀ ਤੇ ਖੜਾ ਹੈ ਤੇ ਭਾਵੇਂ ਬਹੁਤ ਮਗਰਲੀ ਕਤਾਰ 'ਚ ਖੜਾ, ਹਰ ਬੰਦੇ ਦੀ ਨਜ਼ਰ ਦੇ ਵਿੱਚ ਖੂਬਸੂਰਤੀ ਨੂੰ ਮਾਨਣ, ਔਰ ਉਹ ਔਰਤ ਹੋਵੇ ਜਾਂ ਮਰਦ ਹੋਵੇ, ਇਹਨਾਂ ਰਿਸ਼ਤਿਆਂ ਦੇ ਵਿੱਚ ਅੱਗੇ ਵਧਣ ਦੀ ਭੁੱਖ ਤਾਂ ਰਹਿੰਦੀ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ। ਮੈਨੂੰ ਖੁੱਲ ਕੇ ਸਮਝਾਇਓ, ਇਹ ਨਗੇਜ ਜਦੋਂ ਇਹ ਬਾਹਰ ਆਉਣਗੇ ਤਾਂ ਬਹੁਤ ਰੌਲਾ ਪਊਗਾ, ਜਾਂ ਫਿਰ ਤੁਸੀਂ ਇੰਨੇ ਜੋਗੇ ਬਹਾਦਰ ਨਹੀਂ, ਦਲੇਰ ਨਹੀਂ ਕਿ ਖੁੱਲ ਕੇ ਤਸਲੀਮ ਕਰ ਸਕੋ ਕਿ ਨਹੀਂ, ਇਸ ਮਨੁੱਖੀ ਸੁਭਾਅ ਦੇ ਖਾਸੇ ਹੁੰਦੇ ਆ, ਕੁਝ ਖੁੱਲ ਲੈ ਲੈਂਦੇ ਆ, ਕੁਝ ਖੁੱਲ ਲੈਣ ਜੋਗੇ ਨਹੀਂ ਹੁੰਦੇ। ਇਹ ਤੁਹਾਡੇ ਤੇ ਨਿਰਭਰ ਆ ਕਿ ਨਿੱਜ ਕੀ ਆ, ਲੇਕਿਨ ਤੁਸੀਂ ਗਵਰਨੈਂਸ ਦੇ ਮੁੱਦੇ ਨੂੰ ਤੁਸੀਂ ਲਾਈਫ ਸਟਾਈਲ ਇਸ਼ੂਜ਼ ਦੇ ਥੱਲੇ ਦੱਬ ਕੇ ਚੰਗਾ ਨਹੀਂ ਕਰ ਰਹੇ। ਰੰਧਾਵਾ ਸਾਹਿਬ, ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਕਹਿ ਰਹੇ ਸੀ ਨਾ ਵੀ ਸਾਨੂੰ ਐਂ ਲੱਗਦਾ ਵੀ ਅਸੀਂ ਕੈਪਟਨ ਦੇ ਪੱਖ 'ਚ ਪੱਖ ਦਾ ਇੱਥੇ ਕੋਈ ਸਵਾਲ ਨਹੀਂ ਹੈ। ਜਿਹੜੀ ਕੈਪਟਨ ਦੀ ਪਰਫਾਰਮੈਂਸ ਸੀ ਜਾਂ ਜਿਹੜੀਆਂ ਗੱਲਾਂ ਸੀ ਉਹ ਬਿਲਕੁਲ ਅਸੀਂ ਸਮਝਦੇ ਆ ਵੀ ਉਹ 2002 ਵਾਲਾ ਹੈ ਨਹੀਂ। ਪਰ ਸਵਾਲ ਹੈ ਜਿਹੜੀ ਗੱਲ, ਇਹ ਮੈਂ ਸਾਡਾ ਮਤਲਬ ਸਿਰਫ ਇਹ ਸੀਗਾ ਵੀ ਜਿਹੜਾ ਇਸਤਰੀ ਜਾਤੀ ਦਾ ਹੋ ਰਿਹਾ ਉਹ ਬਹੁਤ ਮਾੜੀ ਗੱਲ ਹੈ। ਸਾਡੇ ਪ੍ਰੋਬਲਮ ਪਤਾ ਕੀ ਹੈ ਜੀ ਰੰਧਾਵਾ ਸਾਹਿਬ, ਸਾਡੇ ਜਿਹੜੇ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਜਾਂ ਸਾਡੀ ਐਜੂਕੇਸ਼ਨ ਘੱਟ ਹੋਣ ਕਰਕੇ ਸਾਡੇ ਲੋਕਾਂ ਨੇ ਪੜ੍ਹਿਆ ਨਹੀਂ ਹੋਇਆ, ਪੜ੍ਹਦੇ ਨਹੀਂ ਹੈਗੇ। ਜੇ ਕਿਸੇ ਨੇ ਫਰਾਇਡ ਪੜ੍ਹਿਆ ਹੋਵੇ ਤਾਂ ਉਸ ਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ ਵੀ ਫਰਾਇਡ ਨੇ ਕਿਸ ਤਰ੍ਹਾਂ ਸਾਬਤ ਕੀਤਾ ਵੀ ਆਪੋਜਿਟ ਸੈਕਸ ਆ ਉਹਦੇ ਪ੍ਰਤੀ ਕਿਵੇਂ ਖਿੱਚ ਹੁੰਦੀ ਆ। ਫਰਾਇਡ ਤਾਂ ਇਹ ਕਹਿੰਦਾ ਵੀ ਬੰਦੇ ਦੀ ਮਾਂ ਬਾਰੇ ਵੀ, ਭੈਣ ਬਾਰੇ ਵੀ, ਸਾਰਿਆਂ ਬਾਰੇ ਬੰਦੇ ਦੀ ਆਪੋਜਿਟ ਸੈਕਸ ਬਾਰੇ ਹੁੰਦੀ ਆ। ਇਹ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ। ਇਹ ਬੰਦੇ ਦਾ ਲਾਈਫ ਸਟਾਈਲ ਆ, ਉਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਸਾਨੂੰ ਥੋੜ੍ਹਾ ਜਿਹਾ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਾਂਗੇ, ਮੈਂ ਕਹਾਂਗਾ ਬਈ ਹੁਣ ਇਹ ਗੱਲ ਨੂੰ ਬਿਲਕੁਲ, ਜੇ ਉਹਨਾਂ ਨੂੰ ਰਿਐਕਟ ਨਹੀਂ ਕਰਨਾ ਚਾਹੀਦਾ। ਜੇ ਇੱਕ ਵਾਰ ਕਰਤਾ ਠੀਕ ਹੈ, ਜੇ ਕੋਈ ਗੱਲ ਹੋਵੇ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਗੱਲ ਨੂੰ ਇੱਥੇ ਹੀ ਦੱਬਣਾ ਚਾਹੀਦਾ, ਇਹ ਗੱਲ ਨਹੀਂ ਕਰਨੀ ਚਾਹੀਦੀ। ਜਿਹੜੀ ਤੁਸੀਂ ਗੱਲ ਕਰਦੇ ਸੀ ਨਾ, ਮੈਂ ਡਾਕਟਰ ਬਲਕਾਰ ਸਿੰਘ ਨੇ ਵੀ ਕਿਹਾ ਜਿਹੜੀ ਬਾਜਵਾ ਨਾਲ ਜੱਫੀ ਜਾਂ ਹੋਰ, ਦੇਖੋ ਇਹੀਆਂ ਜਿਹੀਆਂ ਗੱਲਾਂ ਤਾਂ ਕੈਪਟਨ ਸਾਹਿਬ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ, ਬਿਲਕੁਲ ਨਹੀਂ ਕਰਨੀ ਚਾਹੀਦੀ। ਜਿਹੜੀ ਗੱਲ ਹੋ ਗਈ ਆ ਨਾ, ਕਿਸੇ ਗੱਲ ਨੂੰ ਉਹਨੂੰ ਉਛਾਲਣ ਵਾਲੀ ਗੱਲ, ਦੇਖੋ ਗੱਦੀ ਤੋਂ ਲਾਉਣ ਉਹਨਾਂ ਨੂੰ ਤਕਲੀਫ ਹੋਏਗੀ, ਉਹ ਹੋਰ ਬੜੇ ਇਸ਼ੂ ਨੇ ਜਿਹੜੇ ਕਰਨ ਦੇ। ਹੁਣ ਉਹਨਾਂ ਨੇ ਗੱਲ ਤੋਰਿਆ, ਉਦੋਂ ਮਿਸਿਸ ਨਵਜੋਤ ਸਿੰਘ ਨੇ, ਤੁਸੀਂ ਕੱਲ ਸੁਣਿਆ ਲਿਆ ਹੋਣਾ, ਇਹ ਗੱਲਾਂ ਨਾਲ ਸਾਡੇ ਬੱਚਿਆਂ ਤੇ, ਸਾਡੀਆਂ ਬੱਚੀਆਂ ਜਿਹੜੀਆਂ ਸਾਡੇ ਛੋਟੀਆਂ ਬੱਚੀਆਂ ਨੇ, ਉਹਨਾਂ ਤੇ ਕੀ ਅਸਰ ਪੈਂਦਾ। ਅੱਜ ਕੱਲ੍ਹ ਨੈਟ ਹਰ ਇੱਕ ਕੋਲ ਹੈ। ਅਸੀਂ ਆਪਣੇ ਭਵਿੱਖ ਨੂੰ ਅਸੀਂ ਤਬਾਹ ਕਰਨ ਤੇ ਲੱਗੇ ਹੋਏ ਹਾਂ। ਇਹ ਦੋਨਾਂ ਪਾਸਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਇਹਨਾਂ ਗੱਲਾਂ ਵੱਲ ਨਹੀਂ ਚਾਹੀਦਾ, ਇਹਨਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਇਹ ਐਜੂਕੇਸ਼ਨ ਹੈ ਜਿਹੜੀ ਨਾ, ਉਹ ਐਜੂਕੇਸ਼ਨ ਨੂੰ ਤੇ ਉਹਨਾਂ ਨੂੰ ਨਿਰਭਰ ਕਰਨਾ ਚਾਹੀਦਾ। ਜਿਹਨਾਂ ਦੀ ਆਮ, ਜਿਹੜੇ ਆਮ ਰੰਧਾਵਾ ਸਾਹਿਬ, ਜਿਹੜੇ ਆਮ ਪਿੰਡਾਂ ਦੇ ਲੋਕ ਨੇ, ਉਹ ਤਾਂ ਜਿਵੇਂ ਡਾਕਟਰ ਬਲਕਾਰ ਸਿੰਘ ਨੇ ਕਿਹਾ, ਉਹ ਤਾਂ ਸਵਾਦ ਲੈਂਦੇ ਨੇ, ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਗੱਲਾਂ ਪਾਉਂਦੇ ਨੇ। ਇਹ ਅੱਛੀ ਗੱਲ ਥੋੜਾ।
ਸਾਡੇ ਸਾਰੇ ਬੱਚੇ ਅੱਜ ਕੱਲ੍ਹ ਨੈਟ ਦੇਖਦੇ ਨੇ, ਸਾਡੇ ਤੇ ਅਸਰ, ਸਾਨੂੰ ਸ਼ਰਮ ਆਉਂਦੀ ਹੈ ਕਈ ਵਾਰ ਇਹ ਗੱਲਾਂ ਤੇ। ਜੀ 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 ਪ੍ਰੋਫੈਸਰ ਬਲਕਾਰ ਸਿੰਘ, ਮੇਰੇ ਉਸੇ ਹੀ ਸਵਾਲ ਤੇ ਟਿੱਪਣੀ ਜੀ ਜਾਂਦੇ ਬਸ ਲਾਸਟ। ਮੈਂ ਤਾਂ ਸਿਰਫ ਜਿਹੜੀ ਤੁਸੀਂ ਗੱਲ ਕਹੀ ਉਜਾਗਰ ਸਿੰਘ ਨੇ ਕਹਿ ਰਿਹਾ ਉਹਨੂੰ ਸਬਸਕ੍ਰਾਈਬ ਵੀ ਕਰਨਾ ਚਾਹੁੰਦਾ, ਉਹਨੂੰ ਪ੍ਰੋੜਤਾ ਵੀ ਕਰਨਾ ਚਾਹੁੰਦਾ, ਇਸ ਕਰਕੇ ਮਿਸਾਲ ਦੇ ਕੇ ਆਪਣੀ ਪਰਸਨਲ। ਫਿਰ ਮੈਂ ਯੂਨੀਵਰਸਿਟੀ ਵਿੱਚ ਸੀ, ਯੂਨੀਵਰਸਿਟੀ ਤੁਹਾਡੇ ਵਿਦਿਆਰਥੀ ਵੀ ਨੇ, ਤੁਹਾਡੇ ਕੁਲੀਗ ਵੀ ਨੇ, ਤੇ ਤੁਸੀਂ ਮਤਲਬ ਵੂਮਨ ਦੂਜੀ ਇਹ ਫਰਕ ਜਿਹੜਾ ਬਹੁਤਾ ਮਿਟਿਆ ਹੁੰਦਾ ਸੀ। ਤੇ ਮੇਰਾ ਇੱਕ ਬਹੁਤ ਸੀਨੀਅਰ ਦੋਸਤ ਸੀ ਜਿਹੜਾ ਮਤਲਬ 10-20 ਸਾਲ ਵੱਡਾ ਸੀਗਾ, ਉਹਨੂੰ ਐਂ ਲੱਗਦਾ ਸੀ ਵੀ ਕੁੜੀਆਂ ਇਹਨਾਂ ਨਾਲ ਤੁਰੀਆਂ ਫਿਰਦੀਆਂ ਨੇ, ਸਾਡੇ ਨਾਲ ਕਿਉਂ ਨਹੀਂ ਤੁਰਦੀਆਂ। ਤੇ ਤੁਸੀਂ ਉਹ ਕਹਿੰਦੇ ਸੀ ਵੀ ਤੁਸੀਂ ਗਲਤ ਕਰ ਰਹੇ ਹੋ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਡਿਪਾਰਟਮੈਂਟ ਸੀ। ਤੇ ਮੈਂ ਹੁਣ ਮਖੌਲ ਨਾਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਇਹ ਗੱਲ ਸੋਚੋ ਨਾ ਵੀ ਸਾਡੇ ਤੇ ਕੁੜੀ ਭਰੋਸਾ ਕਰ ਰਹੀ ਹੈ ਜਿਹਨਾਂ ਤੋਂ ਖਤਰਾ ਹੈ, ਤੁਹਾਡੇ ਤੇ ਕੋਈ ਖਤਰਾ ਨਹੀਂ, ਤੁਹਾਡੇ ਤੇ ਕੋਈ ਭਰੋਸਾ ਨਹੀਂ ਕਰ ਰਿਹਾ। ਸਵਾਲ ਇਹ ਹੈ ਕਿ ਅਮਰਿੰਦਰ ਵੂਮਨ ਦੀ ਕਦੇ ਹੇਠੀ ਸੋਚ ਸਕਦਾ ਹੈ? ਇੰਨਾ ਸ਼ਾਹੀ ਬੰਦਾ ਜਿਹੜਾ ਅੱਖ ਚੁੱਕ ਕੇ ਦੇਖਣ ਦਾ, ਮੇਰਾ ਮਤਲਬ ਪਰਸਨਲ ਐਕਸਪੀਰੀਅੰਸ ਇਹ ਹੈ ਨਹੀਂ ਹੈ, ਉਸ ਬੰਦੇ ਤੋਂ ਇਹ ਆਸ ਕਰਨੀ ਕਿ ਉਹ ਇਹੋ ਜਿਹਾ ਵਿਭਚਾਰੀ ਹੋਏਗਾ। ਉਹ ਤੇ ਕੋਈ ਰੇਪ ਦਾ ਤੇ ਅੱਜ ਕੱਲ੍ਹ ਲੱਗਿਆ ਨਹੀਂ, ਜੇ ਇਹਨੂੰ ਕਹਿ ਰਹੇ ਨੇ, ਇਸ ਕਰਕੇ ਤੇ ਮਤਲਬ ਉਹ ਤੇ ਲੱਗਣੇ ਚਾਹੀਦੇ ਸੀ। ਅੱਜ ਤੱਕ ਕਿਸੇ ਵੂਮਨ ਨੇ ਉਹਦੇ ਤੇ ਕਦੇ ਇਤਰਾਜ਼ ਨਹੀਂ ਕੀਤਾ ਤੇ ਵੂਮਨ ਉਹਦੇ ਤੇ ਭਰੋਸਾ ਕਰਦੀ ਆ ਰਹੀ ਹੈ। ਯਾਰ ਇੰਨਾ ਖਿਆਲ ਛੱਡ ਕੇ ਉਜਾਗਰ ਸਿੰਘ ਦੀ ਗੱਲ ਮੰਨ ਲਓ ਵੀ ਹੋਰ ਤੁਹਾਡੇ ਕੋਲ ਇੰਨੇ ਇਸ਼ੂ ਨੇ, ਕਰ ਲਓ। ਉਹਨੇ ਮਤਲਬ ਕੀ ਨਹੀਂ ਕੀਤਾ, ਉਹਨੇ ਕਿਹੜਾ ਵਾਅਦਾ ਨਹੀਂ ਪਕਾਇਆ, ਉਹਦੀ ਗੱਲ ਕਰ ਲਓ, ਉਹਦਾ ਉਹ ਜਵਾਬ ਦੇ ਲੂਗਾ। ਇਹ ਤੇ ਐਸਾ ਮਸਲਾ ਹੈ ਜਿਹੜਾ ਜਵਾਬ ਵੀ ਨਹੀਂ ਦਿੱਤਾ ਜਾ ਸਕਦਾ। ਇਹ ਕੱਚਾ ਕਰਦਾ ਯਾਰ, ਮੈਨੂੰ ਸ਼ਰਮਿੰਦਾ ਕਰਦਾ। ਮੈਂ ਵੀ ਗੱਲ ਕਹਿਣ ਲੱਗਾ ਵੀ ਸ਼ਰਮਿੰਦਾ, ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਸ਼ਰਮਿੰਦਾ ਹੋ ਕੇ ਕਹਿ ਰਿਹਾ, ਕਿ ਮੈਂ ਦੰਦ ਲਾਉਂਦਾ ਨਹੀਂ ਕਹਿ ਰਿਹਾ। ਇਹ ਮੇਰੇ ਮਤਲਬ ਦਿਲ ਚੋਂ ਤੇ ਜ਼ਰੂਰ ਨਿਕਲ ਰਹੀ ਹੈ, ਪਰ ਮੈਂ ਇਹਦੇ ਤੇ ਖਲੋਣਾ ਨਹੀਂ ਚਾਹੁੰਦਾ, ਇਹਨੂੰ ਵਾਰ-ਵਾਰ ਡਿਸਕਸ ਨਹੀਂ ਕਰਨਾ ਚਾਹੁੰਦਾ। ਇਹ ਨਿੱਕੀ ਗੱਲ ਹੈ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਤੇ ਇਹਨੂੰ ਛੱਡਣ, ਜੇ ਪੋਲੀਟਿਕਸ ਨਹੀਂ ਛੱਡੇਗੀ ਤੇ ਪੋਲੀਟਿਕਸ ਨੂੰ ਲੈ ਕੇ ਬਹਿ ਜਾਏਗੀ। ਉਹ ਯਾਰ ਇੱਕ ਤਾਂ ਵੂਮਨ ਦੀ ਹੇਠੀ ਕਰ ਰਹੇ ਹੋ, ਇੱਕ ਵੂਮਨ ਨੂੰ ਮੁਸਲਮਾਨ ਵੂਮਨ ਕਹਿ ਰਹੇ ਹੋ, ਕੀ ਗੱਲ ਹੈ ਯਾਰ? ਵੂਮਨ ਨੂੰ ਵੂਮਨ ਰਹਿਣ ਦਿਓ ਜੀ। ਪ੍ਰੋਫੈਸਰ ਸਾਹਿਬ, ਇਹ ਤੋਂ ਗਾ ਹੁਣ ਸ਼ਬਦਹੀਣ ਹੋ ਗਏ ਆ, ਸ਼ਬਦ ਰਹਿਤ ਹੋ ਗਏ ਆ। ਨਿਸ਼ਬਦ ਹੋਣਾ ਵੀ ਆਪਣੇ ਆਪ ਦੇ ਵਿੱਚ ਸਰਾਪ ਵਰਗਾ ਹੁੰਦਾ ਹੈ, ਪਰ ਹੋਰ ਬੋਲਾਂਗੇ ਵੀ ਕੀ। ਕਹਿੰਦੇ ਨਾ ਕਿ ਆਪਣੀ ਕੌਮੀਅਤ ਜਿਹੜੀ ਆ ਉਹਨੂੰ ਬਚਾ ਕੇ ਰੱਖਣਾ ਹਰ ਉਸ ਬੱਚੇ ਦੀ ਡਿਊਟੀ ਹੈ ਜਿਹੜਾ ਉਸ ਕਿਸੇ ਕੌਮ 'ਚ ਜੰਮਦਾ ਹੈ। ਪਰ ਅਸੀਂ ਤਾਂ ਖੇਡ ਆਉਣਾ ਜਾਣਦੇ ਹਾਂ, ਪੰਜਾਬੀਆਂ ਨੇ ਜੇ ਜਿਉਣਾ ਸਿੱਖਣਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।